टाइम शो का दूसरा हिस्सा लैके असी हाजिर हो गए जी। मेरे नाल जुड़ गए चंडीगढ़ स्टूडियो तो सुशील दसांझ जी। काफ़ी सारिया गल्लां बातां उन्हां नाल करांगे, भारत दियां, पंजाब दियां, किसान मोर्चे दियां और होर इंटरनैशनल खबरां जिहड़ियां सुशील राह को होणगियां उन्हां ते भी करांगे गलबात। तो सब तो पहलों स्वागत करते हैं दसांझ साहब तुहाडा, जी आयां नूं जी प्रोग्राम 'च। बहुत शुक्रिया जी हरजीत गिल जी ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ ਜੀ। ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਖਬਰ ਇੱਕ ਇੰਟਰਨੈਸ਼ਨਲ ਤੇ ਕਮੈਂਟ ਕਰ ਚੁੱਕੇ ਨੇ ਕਾਲੋਂ ਸਾਹਿਬ, ਵੈਸੇ ਮੈਂ ਤੁਹਾਡੇ ਨਾਲ ਵੀ ਕਰਨੀ ਚਾਹੁੰਦਾ ਆ ਕਿ ਸੰਯੁਕਤ ਰਾਸ਼ਟਰ ਸੰਘ ਦੇ ਵਿੱਚ ਬਾਰ-ਬਾਰ ਕਸ਼ਮੀਰ ਮਸਲਾ ਉੱਠਦਾ ਰਹਿੰਦਾ ਆ। ਪਾਕਿਸਤਾਨ ਦੀ ਕੋਸ਼ਿਸ਼ ਰਹਿੰਦੀ ਆ ਕਿ ਉਹਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਉਠਾਇਆ ਜਾਵੇ ਤੇ ਅੱਜ ਕੱਲ੍ਹ ਗਏ ਹੋਏ ਸੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਜਿਹੜੇ ਨੇ ਸ਼ਾਹ ਮਹਿਮੂਦ ਕੁਰੈਸ਼ੀ ਦੀ, ਉਹਨਾਂ ਨੇ ਇਸਲਾਮਾਬਾਦ 'ਚ ਵੈਸੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਸੰਯੁਕਤ ਰਾਸ਼ਟਰ ਦਾ ਮੁੱਦਾ ਜਿਹੜਾ ਉਹਨੂੰ ਫਿਰ ਕਿਹਾ ਆ ਕਿ ਅਸੀਂ ਇਹਨੂੰ ਮਜ਼ਬੂਤੀ ਨਾਲ ਇੰਟਰਨੈਸ਼ਨਲ ਪਲੇਟਫਾਰਮ 'ਤੇ ਉਠਾਉਣਾ ਆ, ਇਹ ਸਾਡਾ ਫਰਜ਼ ਬਣਦਾ ਆ। ਅਤੇ ਉਹਨਾਂ ਨੇ ਇਹ ਵੀ ਕਿਹਾ ਆ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਜਿਵੇਂ ਬਣਾਇਆ ਭਾਰਤ ਨੇ, ਜਿਸ ਤਰ੍ਹਾਂ ਇਹ ਸਾਰਾ ਕੀਤਾ ਆ, ਉਹ ਸਾਨੂੰ ਮਨਜ਼ੂਰ ਨਹੀਂ ਆ। ਅਤੇ ਨਾਲ ਦੀ ਨਾਲ ਜਿਹੜੇ UNO ਦੇ ਪ੍ਰਧਾਨ ਨੇ ਵੋਲਕਨ ਬੋਜ਼ਕੀਰ, ਉਹਨਾਂ ਨੇ ਵੀ ਕੋਈ ਉਹਨਾਂ ਦੀ ਟਿੱਪਣੀ ਦੀ ਹਮਾਇਤ ਕੀਤੀ ਹੈ, ਜਿਹਨੂੰ ਭਾਰਤ ਨੇ ਕਿਹਾ ਆ ਕਿ UNO ਨੂੰ ਪੱਖਪਾਤੀ ਰਵੱਈਆ ਨਹੀਂ ਇਖਤਿਆਰ ਕਰਨਾ ਚਾਹੀਦਾ। ਇਸ ਸੰਸਥਾ ਦੇ ਵਾਸਤੇ ਇਹ ਮਾੜਾ ਹੋਏਗਾ, ਚੰਗਾ ਨਹੀਂ ਹੋਏਗਾ, ਕਿਉਂਕਿ ਭਾਰਤ ਦਾ ਜਿਹੜਾ ਸਟੈਂਡ ਆ ਉਹ ਹਮੇਸ਼ਾ ਕਹਿੰਦਾ ਆ ਕਿ ਬਾਈਲੈਟਰਲ ਮਸਲਾ ਹੈ ਸਾਡਾ, ਅਸੀਂ ਦੋਵੇਂ ਮੁਲਕ ਆਪਸ 'ਚ ਮਿਲ ਬੈਠ ਕੇ ਇਹਨੂੰ ਕਰਾਂਗੇ। ਸੋ UNO ਦਾ ਦਖਲ ਜਿਹੜਾ ਆ ਜਾਂ ਕਿਸੇ ਹੋਰ ਬਾਹਰੀ ਮੁਲਕ ਦਾ ਦਖਲ, ਉਹ ਸ਼ਿਮਲਾ ਅਕੋਰਡ ਦੇ ਮੁਤਾਬਕ ਭਾਰਤ ਕਹਿੰਦਾ ਆ ਕਿ ਕੋਈ ਹੋਰ ਇਹ 'ਚ ਦਖਲ ਨਹੀਂ ਦੇ ਸਕਦਾ, ਇਹ ਸਾਡਾ ਬਿਲਕੁਲ ਅੰਦਰੂਨੀ ਮਾਮਲਾ ਆ। ਇਹ ਜਿਹੜਾ ਮੁੱਦਾ ਹੈ ਜੀ ਲਗਾਤਾਰ ਕਸ਼ਮੀਰ ਦਾ ਔਰ ਬਾਲਟਿਕ ਬਲੋਚਿਸਤਾਨ ਜਿਹੜਾ ਉੱਤੇ ਬਾਲਟਿਸਤਾਨ ਜਿਹੜਾ, ਉਹਦੇ 'ਚ ਪਾਕਿਸਤਾਨ ਨੇ ਵੀ ਇਹੋ ਕੁਝ ਕੀਤਾ ਜੋ ਭਾਰਤ ਨੇ ਕੀਤਾ। ਅਤੇ ਅਸਲ ਵਿੱਚ ਜਿਹੜੇ ਕਸ਼ਮੀਰੀ ਆਵਾਮ ਨੇ ਉਹਨਾਂ ਨਾਲ ਧੱਕਾ ਦੋਨਾਂ ਪਾਸਿਆਂ ਤੋਂ ਲਗਾਤਾਰ ਹੋ ਰਿਹਾ। ਸੁਣਵਾਈ ਕਿਸੇ ਪਾਸੇ ਵੀ ਉਹਨਾਂ ਦੀ ਨਹੀਂ। ਪਾਕਿਸਤਾਨ ਵਾਲੇ ਭਾਵੇਂ ਇਹ ਕਹਿੰਦੇ ਆ ਉਹਨਾਂ ਦੀ ਲੀਡਰਸ਼ਿਪ ਵੀ ਅਸੀਂ ਮੁਸਲਮਾਨ ਹੋਣ ਕਰਕੇ ਉਹਨਾਂ ਦੀ ਹਮਾਇਤ ਕਰਦੇ ਹਾਂ, ਪਰ ਪਾਕਿਸਤਾਨ ਵਿੱਚ ਵੀ ਜਿਹੜੇ ਕਸ਼ਮੀਰੀ ਆ ਉਹ ਇੱਦਾਂ ਲੱਗਦਾ ਕਿ ਸੈਕੰਡ ਦਰਜੇ ਦੇ ਸਿਟੀਜ਼ਨ ਹੋਣ, ਉੱਥੇ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਫਰਕ ਹੈ। ਸੋ ਇਹ ਜਿਹੜਾ ਹੈ ਜੀ ਮਾਹੌਲ ਕਸ਼ਮੀਰੀਆਂ ਨਾਲ ਬੇਇਨਸਾਫੀ ਦਾ, ਉਹਦੇ ਬਾਰੇ ਤੁਸੀਂ ਕੋਈ ਗੱਲ ਕਰਨੀ ਚਾਹੋਗੇ ਅੱਜ ਦੇ ਪ੍ਰੋਗਰਾਮ ਦੇ ਸ਼ੁਰੂ 'ਚ? ਜੀ ਹਰਜੀਤ ਗਿੱਲ ਜੀ, ਬੜੀ ਮਿਹਰਬਾਨੀ। ਦਰਅਸਲ ਇਹ ਹੈ ਕਿ ਵੈਸੇ ਤਾਂ ਦੁਨੀਆ ਭਰ ਦੇ ਵਿੱਚ ਇਹ ਹੋ ਰਿਹਾ ਵੀ ਜਿੱਥੇ ਕਿਤੇ ਵੀ ਕੋਈ ਵੀ ਘੱਟ ਗਿਣਤੀ ਜਿਹੜੀ ਹੈ ਉਹਦੇ ਨਾਲ ਬੇਇਨਸਾਫੀ ਹੈ, ਧੱਕਾ ਆ। ਭਾਰਤ ਦੇ ਵਿੱਚ ਵੀ ਭਾਵੇਂ ਉਸ ਰੂਪ 'ਚ ਨਹੀਂ ਹੈ, ਜਿਸ ਰੂਪ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੈ ਵੀ ਘੱਟ ਗਿਣਤੀਆਂ ਦੇ ਨਾਲ ਜਿਹੜਾ ਮਿਸਬਿਹੇਵ ਹੈ ਜਾਂ ਵਿਤਕਰਾ ਆ, ਉਹ ਵੱਡੀ ਪੱਧਰ ਤੇ ਸਾਡੇ ਇੱਥੇ ਭਾਰਤ ਦੇ ਵਿੱਚ ਵੀ ਨਜ਼ਰ ਆ ਰਿਹਾ। ਪਰ ਸਗੋਂ ਪਾਕਿਸਤਾਨ ਦਾ ਜੇ ਜ਼ਿਕਰ ਕਰੀਏ ਤਾਂ ਉੱਥੇ ਜੇ ਅਸੀਂ ਆਬਾਦੀ ਦੇ ਲਿਹਾਜ਼ ਨਾਲ ਵੀ ਦੇਖਣਾ ਹੋਵੇ ਤੇ 1947 ਤੋਂ ਬਾਅਦ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਉੱਥੇ ਲਗਾਤਾਰ ਘਟਦੀ ਚਲੀ ਗਈ ਹੈ। ਚਾਹੇ ਉਹ ਹਿੰਦੂ ਭਾਈਚਾਰਾ ਹੈ, ਚਾਹੇ ਸਿੱਖ ਭਾਈਚਾਰਾ ਹੈ, ਬਹੁਤ ਸਾਰੀਆਂ ਖਬਰਾਂ ਉੱਥੋਂ ਆਉਂਦੀਆਂ ਰਹਿੰਦੀਆਂ। ਈਵਨ ਜਿਹੜੀ ਧਾਰਮਿਕ ਆਜ਼ਾਦੀ ਦਾ ਵੀ ਮਾਮਲਾ ਆ, ਉਹ ਮੁਕਾਬਲਤਨ ਭਾਰਤ ਦੇ, ਜਦਕਿ ਭਾਰਤ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ, ਪਰ ਮੁਕਾਬਲਤਨ ਭਾਰਤ ਦੇ ਪਾਕਿਸਤਾਨ 'ਚ ਬਹੁਤ ਮਾੜੀ ਹੈ। ਫਿਰ ਜਦੋਂ ਕਸ਼ਮੀਰ ਦਾ ਇਸ਼ੂ ਆਉਂਦਾ ਆ ਤਾਂ ਮਕਬੂਜ਼ਾ ਕਸ਼ਮੀਰ ਦਾ ਮਸਲਾ ਆ, ਤੇ ਇੱਧਰ ਸਾਡਾ ਕਸ਼ਮੀਰ ਹੈ। ਤੋ ਜੋ ਕਸ਼ਮੀਰ ਦੇ ਵਿੱਚ ਇੱਥੇ ਐਤਕਾਂ ਸਾਡੀ ਹਕੂਮਤ ਨੇ ਕੀਤਾ, ਅਸੀਂ ਉਹਦੇ ਬਹੁਤ ਸਖਤ ਨੁਕਤਾਚੀਨ ਰਹੇ ਹਾਂ। ਜਿਵੇਂ ਕਸ਼ਮੀਰ ਨੂੰ 3 ਹਿੱਸਿਆਂ 'ਚ ਵੰਡ ਦਿੱਤਾ ਗਿਆ, ਅਸੀਂ ਅਕਸਰ ਉੱਥੇ ਗੱਲਾਂ ਕਰਦੇ ਹਾਂ, ਤੇ ਪਰ ਜਿਸ ਖੁੱਲ੍ਹ ਦੇ ਨਾਲ ਅਸੀਂ ਉਹ ਗੱਲਾਂ ਕਰ ਲੈਂਦੇ ਹਾਂ, ਸ਼ਾਇਦ ਪਾਕਿਸਤਾਨ ਦੇ ਵਿੱਚ ਮਕਬੂਜ਼ਾ ਕਸ਼ਮੀਰ ਦੇ ਵਿੱਚ ਜੋ ਕਸ਼ਮੀਰੀਆਂ ਦੀ ਹਾਲਤ ਹੈ ਉੱਥੇ ਉਹ ਗੱਲ ਨਹੀਂ ਕੀਤੀ ਜਾ ਸਕਦੀ, ਨਾ ਹੀ ਉਹ ਹੁੰਦੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਨੈਤਿਕ ਤੌਰ ਤੇ ਕਿਸੇ ਕਿਸਮ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਹੈ ਵੀ ਇਸ ਮੁੱਦੇ ਦੇ ਉੱਤੇ, ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਹੜਾ ਕਿਸੇ ਹੋਰ ਬਾਹਰੀ ਦਖਲ ਦੀ ਜਿਹੜੀ ਸੰਭਾਵਨਾ ਜਿਹੜੀ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਂ, ਇਹ ਜ਼ਰੂਰ ਹੈ ਕਿ ਮੇਰੀ ਆਪਣੀ ਰਾਏ ਵੀ ਆ, ਆਪਾਂ ਲਗਭਗ ਇੱਕੋ ਜਿਹਾ ਸੋਚਦੇ ਹਾਂ ਵੀ ਕਸ਼ਮੀਰ ਦਾ ਫੈਸਲਾ
ਕਸ਼ਮੀਰੀਆਂ ਦੇ ਉੱਪਰ ਜਿਹੜਾ ਆ ਉਹ ਛੱਡਿਆ ਜਾਣਾ ਚਾਹੀਦਾ, ਉਹਨਾਂ ਦੀ ਰਾਏ ਤੇ, ਉਹਨਾਂ ਦੀ ਰਾਏਸ਼ੁਮਾਰੀ ਤੇ ਛੱਡਿਆ ਜਾਣਾ ਚਾਹੀਦਾ। ਤੇ ਇਸ ਕਰਕੇ ਜਦੋਂ ਕੋਈ ਬਾਹਰੀ ਮੁਲਕ ਜਿਹੜਾ ਆ ਇਹਦੇ 'ਚ ਦਖਲ ਦਿੰਦਾ ਹੈ, ਜਾਂ ਕਿਸੇ ਹੋਰ ਮੁਲਕ ਦੀ ਜਾਂ ਯੂਐਨਓ ਦੇ ਰਾਹੀਂ ਇੰਟਰਨੈਸ਼ਨਲ ਜਾਂ ਗਲੋਬਲ ਇੱਕ ਪ੍ਰੈਸ਼ਰ ਜਿਹੜਾ ਬਿਲਡ ਕਰਨ ਦੀ ਕੋਸ਼ਿਸ਼ ਕਰਦਾ, ਉਹਦਾ ਕੋਈ ਬਹੁਤਾ ਮਤਲਬ ਨਹੀਂ ਹੈ। ਕਈ ਵਾਰ ਅਮਰੀਕਾ ਨੇ ਵੀ ਇਦਾਂ ਦੀ ਗੱਲ ਕੀਤੀ ਹੈ, ਜਦੋਂ ਡੋਨਲਡ ਟਰੰਪ ਹੁੰਦੇ ਸੀ, ਉਹਨਾਂ ਨੇ ਵਾਰ-ਵਾਰ ਕਈ ਵਾਰੀ ਕਿਹਾ ਕਿ ਅਸੀਂ ਇਹਦੇ 'ਚ ਕੋਈ ਨਾ ਕੋਈ ਆਪਣਾ ਹਿੱਸਾ ਪਾ ਸਕਦੇ ਹਾਂ, ਜਾਂ ਕਹਿ ਲਓ ਵੀ ਉਹਨਾਂ ਦਾ ਵੀ ਦਖਲ ਦੇਣ ਦੀ ਇੱਕ ਕੋਸ਼ਿਸ਼ ਰਹਿੰਦੀ ਰਹੀ ਹੈ, ਪਰ ਇਹਨੂੰ ਕਦੇ ਵੀ ਭਾਰਤ ਨੇ ਪ੍ਰਵਾਨ ਨਹੀਂ ਕੀਤਾ। ਭਾਰਤ ਦੀ ਇਸ ਸਰਕਾਰ ਤੋਂ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ ਜਿਸ ਤਰ੍ਹਾਂ ਦਾ ਸਾਡਾ ਭਾਰਤ ਦਾ ਰਵੱਈਆ ਰਿਹਾ, ਭਾਰਤ ਨੂੰ ਉਹੀ ਰਵੱਈਆ ਕਾਇਮ ਰੱਖਣ ਦੀ ਵੀ ਜ਼ਰੂਰਤ ਹੈ। ਪਰ ਨਾਲ ਦੀ ਨਾਲ ਜਿਹੜੀ ਭਾਰਤ ਦੀ ਮੌਜੂਦਾ ਸਰਕਾਰ ਹੈ, ਇਹਨੂੰ ਕਸ਼ਮੀਰੀਆਂ ਦਾ ਜਿਹੜਾ ਮਾਮਲਾ ਆ ਉਹਨੂੰ ਆਪਣੇ ਢੰਗ ਦੇ ਨਾਲ ਤੇ ਪੋਜ਼ਿਟਿਵਲੀ ਜਿਹੜਾ ਠੀਕ ਕਰਨ ਦੀ ਜ਼ਰੂਰਤ ਹੈ। ਸਗੋਂ ਇਹ ਮੰਗ ਉੱਠਣ ਵਾਲੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਘੱਟੋ ਘੱਟ ਜਿਹੜਾ ਸਾਡੇ ਵਾਲਾ ਕਸ਼ਮੀਰ ਹੈ, ਭਾਰਤੀ ਹਿੱਸੇ ਵਾਲਾ ਕਸ਼ਮੀਰ ਹੈ, ਉੱਥੇ ਜਿਸ ਤਰ੍ਹਾਂ ਦੀ ਹਾਲਾਤ ਜਿਹੜੀ ਆ ਬਣਾ ਦਿੱਤੀ ਗਈ ਹੈ, ਉਹਨੂੰ ਨਵੇਂ ਸਿਰੋਂ ਉਹਨੂੰ ਸਗੋਂ ਠੀਕ ਕਰਨ ਦੀ ਜ਼ਰੂਰਤ ਹੈ। ਉਹ ਭਾਰਤ ਕਰੇ, ਭਾਰਤੀ ਆਵਾਮ ਉਹਦੇ 'ਤੇ ਪ੍ਰੈਸ਼ਰ ਬਿਲਡ ਕਰੇ, ਕਸ਼ਮੀਰੀ ਜਿਹੜੇ ਆ ਉਹ ਆਪਣੀ ਇੱਕ ਨਵੀਂ ਲੜਾਈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁੱਦੇ 'ਤੇ ਲੜ ਸਕਦੇ ਆ। ਕਿਸਾਨ ਅੰਦੋਲਨ ਨੇ ਆਉਂਦੇ ਹੋਏ ਨਵੇਂ ਜਨ ਅੰਦੋਲਨਾਂ ਵਾਸਤੇ ਇੱਕ ਜ਼ਮੀਨ ਵੀ ਮੁਹੱਈਆ ਕਰਵਾਈ ਹੈ। ਸਾਨੂੰ ਵੀ ਇਹ ਲੱਗਦਾ, ਅਸੀਂ ਕਹਿੰਦੇ ਵੀ ਰਹੇ ਹਾਂ ਵੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਸ਼ਮੀਰ ਦੇ ਨਾਲ ਬੇਇਨਸਾਫੀ ਹੋਈ ਹੈ, ਖਾਸ ਤੌਰ 'ਤੇ ਕਸ਼ਮੀਰੀਆਂ ਨਾਲ ਬੇਇਨਸਾਫੀ ਹੋਈ ਹੈ, ਉਹ ਕਸ਼ਮੀਰੀਆਂ ਦੀ ਇਕਸੁਰ ਹੋ ਕੇ ਆਵਾਜ਼ ਜਿਹੜੀ ਆਉਣ ਵਾਲੇ ਦਿਨਾਂ 'ਚ ਉੱਠੇਗੀ। ਪਰ ਪਾਕਿਸਤਾਨ ਦਾ ਜਿਹੜਾ ਵਰਤਾਰਾ ਜਾਂ ਜਿਸ ਕਿਸਮ ਦਾ ਬਿਹੇਵ ਹੈ, ਉਹ ਕੋਈ ਬਹੁਤਾ ਜਿਹੜਾ ਪੋਜ਼ਿਟਿਵ ਨਹੀਂ ਹੈ, ਕੋਈ ਚੰਗਾ ਨਹੀਂ ਹੈ। ਸਗੋਂ ਉਹਨੂੰ ਇੱਧਰ ਦੇ ਕਸ਼ਮੀਰ ਦਾ ਫਿਕਰ ਕਰਨ ਦੀ ਥਾਂ ਦੇ ਉੱਤੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਜੋ ਹਾਲਤ ਕਸ਼ਮੀਰੀਆਂ ਦੀ ਹੈ, ਉਹਨੂੰ ਦਰੁਸਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਨੀ ਚਾਹੀਦੀ ਜੀ। ਦਸਾਂਝ ਸਾਹਿਬ, ਇੱਕ ਖਬਰ ਹੋਰ ਜਿਹਦਾ ਹੀ ਧਿਆਨ ਖਿੱਚ ਰਹੀ ਹੈ ਅੱਜ, ਕਿ ਭਾਰਤ ਦਾ ਛੋਟੇ ਛੋਟੇ ਟਾਪੂ ਨੇ, ਲਕਸ਼ਦੀਪ, ਹਵੇਲੀ ਵਗੈਰਾ, ਜਿਹੜੇ ਕਿਹਾ ਜਾਂਦਾ ਹੈ ਕਿ ਟੋਟਲੀ 35 ਸਕੁਅਰ ਕਿਲੋਮੀਟਰ ਦਾ ਏਰੀਆ ਹੈ, ਨਿੱਕੇ ਨਿੱਕੇ ਬਹੁਤ ਸਾਰੇ ਟਾਪੂ ਆ, ਔਰ ਉਹ ਕਸ਼ਮੀਰ ਤੋਂ ਬਾਅਦ ਜੇ ਕੋਈ ਭਾਰਤ ਵਿੱਚ ਵਧੀਆ ਜਗ੍ਹਾ ਜਿੱਥੇ ਕੁਦਰਤ ਨੂੰ ਤੁਸੀਂ ਮਾਣ ਸਕਦੇ ਹੋ ਜਾ ਕੇ, ਉਹ ਟਾਪੂ ਨੇ। ਹਾਲਾਂਕਿ ਉਹਨਾਂ ਨਾਲ ਜੁੜੇ ਹੋਏ ਜਿੱਦਾਂ ਅੰਡੇਮਾਨ ਨਿਕੋਬਾਰ ਵਰਗੇ ਜਿਹੜੇ ਦੂਜੇ ਇਲਾਕੇ ਨੇ, ਉਹ ਵੀ ਕਈ ਯਾਦਾਂ ਭਾਰਤ ਦੀਆਂ ਉੱਥੇ ਹੈ ਨੇ, ਪਰ ਉੱਥੇ ਦੇ ਲੋਕਾਂ 'ਚ ਵੀ ਕੋਈ ਬੇਚੈਨੀ ਦੱਸੀ ਜਾ ਰਹੀ ਆ। ਇੱਕ ਸ਼ਹਿਰ ਜਿਹੜਾ ਛੋਟੇ ਛੋਟੇ ਟਾਪੂਆਂ ਦਾ ਇੱਕ ਏਰੀਆ ਆ, ਪਰ ਉੱਥੇ ਜਿਸ ਤਰੀਕੇ ਨਾਲ ਸਰਕਾਰ ਨੇ ਉੱਥੇ ਹਮੇਸ਼ਾ ਕੋਈ ਚੰਗਾ ਆਈਐਸ ਅਫਸਰ ਐਡਮਿਨਿਸਟ੍ਰੇਟਰ ਲੱਗਦਾ ਹੁੰਦਾ ਸੀ, ਉਹ ਸਿਟੀ ਵਾਂਗੂ ਹੀ ਆ, ਤੇ ਇੱਕ ਹੀ ਉਹਨਾਂ ਦਾ ਐਮਪੀ ਆ, ਤੇ ਜਿਹੜਾ ਭਾਰਤ ਦੀ ਵਿੱਚ ਨੁਮਾਇੰਦਗੀ ਕਰਦਾ ਉਸ ਇਲਾਕੇ ਦੀ। ਪਰ ਜਦੋਂ ਦੀ ਮੋਦੀ ਸਰਕਾਰ ਆਈ ਆ, ਇਹਨਾਂ ਨੇ ਇੱਕ ਗੁਜਰਾਤੀ ਵਿਅਕਤੀ ਨੂੰ ਉੱਥੇ, ਉਹਨਾਂ ਦਾ ਨਾਂ ਹੈ ਜੀ, ਉਹ ਗ੍ਰਹਿ ਮੰਤਰੀ ਰਹੇ ਨੇ ਗੁਜਰਾਤ ਦੇ, ਪ੍ਰਫੁੱਲ ਖੋਦਾ ਪਟੇਲ, ਉਹਨਾਂ ਨੂੰ ਉੱਥੋਂ ਦਾ ਐਡਮਿਨਿਸਟ੍ਰੇਟਰ ਲਾਇਆ, ਤੇ ਉਹਨਾਂ ਨੇ ਉਸ ਟਾਪੂਆਂ ਦਾ ਵੀ ਕਹਿੰਦੇ ਆ ਬਹੁਤ ਬੁਰਾ ਹਾਲ ਕਰ ਦਿੱਤਾ। ਲੋਕਾਂ ਨੂੰ ਉਜਾੜਿਆ ਜਾ ਰਿਹਾ, ਘਰ ਢਾਏ ਗਏ ਨੇ, ਔਰ ਜਿਹੜੇ ਐਮਪੀ ਨੇ ਉੱਥੋਂ ਦੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਦੇ ਅਫਸਰ ਆ, ਉਹ ਅਸਤੀਫੇ ਦੇ ਰਹੇ ਆ, ਔਰ ਉਹਨਾਂ ਦੇ ਵਿਰੁੱਧ ਭਾਰੀ ਰੋਸ ਹੈ ਲੋਕਾਂ ਦੇ ਵਿੱਚ। ਸੋ ਕਿਤੇ ਵੀ ਮੋਦੀ ਸਰਕਾਰ ਆਪਣੇ ਪੈਰ ਪਾਉਂਦੀ ਆ, ਤੇ ਨਾਲ ਦੀ ਨਾਲ ਹੀ ਉੱਥੇ ਮੁਸ਼ਕਲਾਂ ਵੱਧ ਜਾਂਦੀਆਂ ਉਸ ਇਲਾਕੇ ਦੀਆਂ। ਇਹਦੇ ਬਾਰੇ ਖਬਰ ਤੁਹਾਡੇ ਕੋਲ ਕੋਈ ਹੈ ਜੀ, ਲਕਸ਼ਦੀਪ ਵਾਲੀ? ਮੈਂ ਵੈਸੇ ਤੁਸੀਂ ਦੱਸੀ ਆ ਤੇ ਮੈਂ ਖਬਰ ਪੜ੍ਹੀ ਨਹੀਂ, ਪਰ ਇਹਦੇ ਨਾਲ ਫਿਤਰਤ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਵੀ ਇੱਕ ਐਡਮਿਨਿਸਟ੍ਰੇਟਰ ਜਿਹੜਾ ਲਾ ਦਿੱਤਾ ਜਾਂਦਾ ਆ, ਤੇ ਉਹਦੀ ਕਿਸ ਕਿਸਮ ਦੀ ਇੱਕ ਪੋਲੀਟਿਕਸ ਹੈ ਜਾਂ ਕਿਸ ਕਿਸਮ ਦੀ ਫਿਤਰਤ ਹੈ। ਪਰ ਜਿੱਥੇ ਕਿਤੇ ਵੀ ਇਹ ਲੋਕ ਜਾਂਦੇ ਨੇ, ਤਬਾਹੀ ਦਾ ਮੰਜ਼ਰ ਜਿਹੜਾ ਲਿਖਦੇ ਚਲੇ ਜਾਂਦੇ ਨੇ। ਮਤਲਬ ਬਹੁਤ ਹੀ ਸ਼ਾਂਤ ਕਿਸਮ ਦਾ ਇਲਾਕਾ ਉਹ ਲਕਸ਼ਦੀਪ ਸਮੂਹ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਮੈਂ ਭਾਵੇਂ ਇਹ ਖਬਰ ਨਹੀਂ ਦੇਖੀ, ਪਰ ਤੁਹਾਡੀ ਜਾਣਕਾਰੀ ਦੇ ਮੁਤਾਬਕ ਜੋ ਉੱਥੇ ਕੁਝ ਹੋ ਰਿਹਾ ਹੈ, ਤੇ ਜੋ ਅਸੀਂ ਪਹਿਲਾਂ ਉੱਥੇ ਬਾਰੇ ਜਾਣਦੇ ਹਾਂ, ਜਿੱਦਾਂ ਤੁਸੀਂ ਵੀ ਕਿਹਾ ਵੀ ਕੁਦਰਤ ਦੀ ਜਿਹੜੀ ਮਿਹਰਬਾਨੀ ਹੈ ਉਸ ਛੋਟੇ ਜਿਹੇ ਦੀਪ ਦੇ ਉੱਤੇ, ਤੇ ਉਹ ਸ਼ਾਂਤ, ਬਹੁਤ ਹੀ ਅਮਨ ਪਸੰਦ ਉੱਥੇ ਲੋਕ ਨੇ, ਤੇ ਉੱਥੇ ਜਾਂਦਿਆਂ ਹੀ ਇੱਕ ਐਡਮਿਨਿਸਟ੍ਰੇਟਰ ਇੱਦਾਂ ਦਾ ਆ ਜਾਂਦਾ ਹੈ, ਤੇ ਜਿਹੜਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਡਿਕਟੇਟਰਸ਼ਿਪ ਵਾਲਾ ਜਿਹੜਾ ਰਵੱਈਆ ਨਰਿੰਦਰ ਮੋਦੀ ਦੀ ਸਰਕਾਰ ਦਾ ਵੀ ਆ, ਜਾਂ ਖੁਦ ਵਿਅਕਤੀਗਤ ਤੌਰ ਦੇ ਉੱਤੇ ਨਰਿੰਦਰ ਮੋਦੀ ਦਾ ਆ, ਜਾਂ ਅਮਿਤ ਸ਼ਾਹ ਦਾ ਆ, ਉਸੇ ਤਰ੍ਹਾਂ ਦਾ ਰਵੱਈਆ ਜੇ ਉੱਥੇ ਅਖਤਿਆਰ ਕੀਤਾ ਗਿਆ, ਤੇ ਉਹਦੇ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਲੋਕ ਜਿਹੜੇ ਆ ਇਹ ਕਿਸ ਫਿਤਰਤ ਦੇ ਨੇ, ਤੇ ਲੋਕਾਂ ਦੇ ਵਿੱਚ ਬੇਚੈਨੀ ਲਾਜ਼ਮੀ ਤੌਰ ਤੇ ਹੋਣੀ ਹੈ। ਜੇ ਉੱਥੋਂ ਦਾ ਜਿਹੜਾ ਥੋੜਾ ਬਹੁਤ ਸਥਾਨਕ ਜਿਹੜਾ
ਪ੍ਰਸ਼ਾਸਨ ਹੈ ਜਾਂ ਐਡਮਿਨਿਸਟ੍ਰੇਸ਼ਨ ਚਲਾਉਣ ਵਾਲੇ ਜਿਹੜੇ ਲੋਕ ਹੈ ਜੋ ਰਿਜ਼ਾਈਨ ਕਰ ਰਹੇ ਨੇ, ਉਹ ਆਪਣੇ ਆਪ ਨੂੰ ਕੰਫਰਟੇਬਲ ਫੀਲ ਨਹੀਂ ਕਰ ਰਹੇ। ਤੇ ਇਹਦੇ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਉਹ ਉੱਥੇ ਦੀ ਕਿਸ ਤਰ੍ਹਾਂ ਦੀ ਸਥਿਤੀ ਬਣਾ ਦਿੱਤੀ ਗਈ ਹੋਏਗੀ। ਮੈਂ ਇਹਦੀ ਡਿਟੇਲ ਜ਼ਰੂਰ ਲਵਾਂਗਾ, ਮੈਂ ਕਿਉਂਕਿ ਇਹ ਹਾਲੇ ਪੜ੍ਹਿਆ ਨਹੀਂ ਆ ਕੁਝ ਵੀ, ਪਰ ਮੈਂ ਤੁਹਾਡੇ ਸਵਾਲ ਦੇ ਹਵਾਲੇ ਨਾਲ ਜਿਹੜੀ ਗੱਲ ਕੀਤੀ ਹੈ ਉਹ ਇਹੀ ਹੈ ਵੀ ਇਹਨਾਂ ਲੋਕਾਂ ਦੀ ਜਿਹੜੇ ਭਾਰਤ ਦੇ ਪਿਛਲੇ 7 ਸਾਲ ਤੋਂ ਹਕੂਮਤ ਕਰ ਰਹੇ ਨੇ, ਜਦਕਿ ਪੋਲੀਟੀਕਲੀ ਕਰੈਕਟਰ ਦੇ ਤੌਰ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ 'ਚ ਬੈਠੇ ਲੋਕ ਸੀ, ਉਹਨਾਂ 'ਚ ਵੀ ਮੈਂ ਇਹਨਾਂ ਨਾਲੋਂ ਕੋਈ ਬਹੁਤਾ ਫਰਕ ਨਹੀਂ ਕਰਦਾ। ਸਿਰਫ ਇੱਕ ਹਿੰਦੂਤਵ ਦੀ ਜਿਹੜੀ ਇੱਕ ਪੋਲਿਟਿਕਸ ਹੈ ਤੇ ਉਹ ਇੱਕ ਵੱਖਰਾ ਇਹਨਾਂ ਨੂੰ ਰੰਗ ਦਿੰਦੀ ਹੈ। ਪਰ ਦੂਜੀ ਗੱਲ ਹੈ ਕਿ ਕਾਰਜਸ਼ੈਲੀ ਜਿਹੜੀ ਹੈ ਉਹ ਬੜੀ ਹਮਲਾਵਰ ਹੈ ਇਹਨਾਂ ਲੋਕਾਂ ਦੀ ਕੰਮ ਕਰਨ ਦੀ, ਜਿਹੜਾ ਆਪਣੇ ਏਜੰਡੇ ਜਿਹੜੇ ਇਹਨਾਂ ਨੇ ਲਿਆਂਦੇ ਆ ਤੇ ਉਹਨਾਂ ਨੂੰ ਇੱਕ ਕਿਸਮ ਦਾ ਇੰਪੋਜ਼ ਕਰਨ ਲਈ ਸਾਰੇ ਦੇਸ਼ ਦੇ ਉੱਤੇ, ਉਹ ਕਾਰਜਸ਼ੈਲੀ ਬੜੀ ਤਿੱਖੀ ਹੈ, ਹਮਲਾਵਰੀ ਹੈ। ਉਹੀ ਕਾਰਜਸ਼ੈਲੀ ਫਿਰ ਲਕਸ਼ਦੀਪ ਦੇ ਵਿੱਚ ਦਿਖਾਈ ਦਿੱਤੀ ਹੈ। ਤੇ ਅਸੀਂ ਤਾਂ ਇਹੀ ਉਮੀਦ ਕਰਾਂਗੇ ਕਿ ਆਉਣ ਵਾਲਾ ਸਮਾਂ ਜ਼ਰੂਰ ਇੱਦਾਂ ਦਾ ਹੋਵੇ ਕਿ ਭਾਰਤ ਦੀ ਜਨਤਾ, ਭਾਰਤ ਦੇ ਲੋਕ ਜਿਹੜੇ ਹੈ, ਇਹ ਜਿਹਨਾਂ ਨੂੰ ਵੋਟਰ ਬਣਾ ਦਿੱਤਾ ਗਿਆ ਹੈ, ਜਿਹਨਾਂ ਨੂੰ ਲੋਕ ਰਹਿਣ ਨਹੀਂ ਦਿੱਤਾ ਗਿਆ, ਉਹ ਵੋਟਰ ਦੀ ਭੂਮਿਕਾ 'ਚੋਂ ਬਾਹਰ ਨਿਕਲ ਕੇ ਲੋਕਾਂ ਦੀ ਭੂਮਿਕਾ 'ਚ ਆਉਣ ਤੇ ਇਸ ਤਰ੍ਹਾਂ ਦੇ ਮਾਹੌਲ ਨੂੰ ਤਬਦੀਲ ਕਰਨ ਵਾਸਤੇ ਆਪਣਾ ਹਿੱਸਾ ਪਾਉਣ। ਜੀ ਦਸਾਂਝ ਸਾਹਿਬ, ਇੱਕ ਖਬਰ ਵੈਸਟ ਬੰਗਾਲ ਤੋਂ ਆ ਰਹੀ ਆ, ਜਿਹੜੀ ਚੰਗੀ ਖਬਰ ਕਹੀ ਜਾ ਸਕਦੀ ਆ। ਕਈ ਦਿਨਾਂ ਦੀ ਤਲਖੀ ਤੋਂ ਬਾਅਦ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਮਮਤਾ ਬੈਨਰਜੀ ਦੀ ਮੁਲਾਕਾਤ ਹੋਈ ਆ ਤੇ ਦੋਨਾਂ ਨੇ ਜਿਹੜੇ ਉੱਥੇ ਤੂਫਾਨ ਆਇਆ ਉਸ ਇਲਾਕੇ ਦਾ ਮਿਲ ਕੇ ਹਵਾਈ ਸਰਵੇਖਣ ਕੀਤਾ ਤੇ ਪ੍ਰਧਾਨ ਮੰਤਰੀ ਨੇ 1000 ਕਰੋੜ ਰੁਪਈਆ ਫੰਡ ਵੀ, ਰਿਲੀਫ ਫੰਡ ਜਿਹੜਾ ਉਹ ਉਹਨਾਂ ਪ੍ਰਭਾਵਿਤ ਸਟੇਟਾਂ ਨੂੰ ਦਿੱਤਾ ਆ। ਸੋ ਉਹ ਜਿਹੜੀ ਤਲਖੀ ਚੱਲ ਰਹੀ ਸੀ, ਮਾਰ ਧਾੜ ਚੱਲ ਰਹੀ ਸੀ, ਇੱਕ ਦੂਜੇ ਤੇ ਦੂਸ਼ਣਬਾਜ਼ੀ ਹੋ ਰਹੀ ਸੀ, ਉਹਦੇ ਤੋਂ ਕਾਫੀ ਦਿਨ ਬਾਅਦ ਜੋ ਚੁਣੇ ਹੋਏ ਨੁਮਾਇੰਦਿਆਂ ਦਾ ਮਿਲ ਬੈਠਣਾ, ਸਟੇਟ ਤੇ ਸੈਂਟਰ ਸਰਕਾਰ ਦਾ ਆਪਸ ਵਿੱਚ ਇੱਕ ਦੂਜੇ ਨੂੰ ਸਹਿਯੋਗ ਕਰਨਾ, ਇੱਕ ਚੰਗੀ ਖਬਰ ਜਿਹੜੀ ਆ ਉਹਦੇ ਵਾਂਗੂ ਲਿਆ ਜਾਣਾ ਚਾਹੀਦਾ ਆ। ਇਸ ਖਬਰ ਤੇ ਤੁਸੀਂ ਕੋਈ ਟਿੱਪਣੀ ਕਰਨੀ ਚਾਹੋਗੇ? ਭਾਵੇਂ ਉਹਨਾਂ ਦੇ ਸਿਆਸੀ ਮਤਭੇਦ ਆਪਣੀ ਥਾਂ ਨੇ, ਪਰ ਚੁਣੇ ਹੋਏ ਲੀਡਰ ਹੋਣ ਦੇ ਨਾਤੇ ਦੇਸ਼ ਲਈ, ਕਿਸੇ ਵੀ ਪ੍ਰਾਂਤ ਲਈ ਕੋਈ ਕੰਮ ਕਰਨਾ ਜਿਹੜਾ ਆ ਉਹ ਚੰਗੀ ਖਬਰ ਲੱਗੀ ਹੈ ਜੀ ਮੈਨੂੰ ਕਿਤੇ। ਨਹੀਂ, ਇਹ ਤੁਸੀਂ ਮੈਨੂੰ ਲੱਗਦਾ ਡਿਟੇਲਸ ਜਿਹੜੀਆਂ ਹੋਰ ਦੇਖਣੀਆਂ ਪੈਣਗੀਆਂ। ਇਹ ਟੈਂਪਰੇਰੀ ਹੈ ਬਹੁਤ, ਕਿਉਂਕਿ ਪਹਿਲੇ ਵਰਚੁਅਲ ਜਿਹੜੀ ਮੀਟਿੰਗ ਹੋਈ ਹੈ ਉਹਦੇ 'ਚ ਮਮਤਾ ਬੈਨਰਜੀ ਦੇ ਨਾਲ ਸ਼ਿਵੇਂਦੂ ਅਧਿਕਾਰੀ ਨੂੰ ਸ਼ਾਮਲ ਕਰ ਲਿਆ ਗਿਆ। ਸ਼ਿਵੇਂਦੂ ਅਧਿਕਾਰੀ ਜਿਹਨੇ ਹੁਣੇ ਹੀ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਕਿਸੇ ਵੇਲੇ ਰਾਈਟ ਹੈਂਡ ਹੁੰਦੇ ਸੀਗੇ ਮਮਤਾ ਜੀ ਜੀ, ਬੈਨਰਜੀ ਤੇ ਉਸੇ ਕਾਫੀ ਸ਼ਿਵੇਂਦੂ ਕੰਟਰੋਵਰਸ਼ੀਅਲ ਅਧਿਕਾਰੀ ਨੇ, ਵਿਅਕਤੀ ਜੀ ਉਹ, ਸ਼ਾਰਦਾ ਫੰਡ, ਚਿੱਟ ਫੰਡ 'ਚ ਔਰ ਹੋਰ ਕਈ ਗੱਲਾਂ 'ਚ ਜੀ। ਹਾਂਜੀ ਹਾਂਜੀ, ਉਹਨੇ ਇਹਨਾਂ ਨੂੰ ਉੱਥੇ ਇਲੈਕਸ਼ਨ ਦੇ ਵਿੱਚ ਹਰਾਇਆ ਵੀ ਆ ਬਹੁਤ ਘੱਟ ਵੋਟਾਂ ਤੇ, ਭਾਵੇਂ ਮਮਤਾ ਬੈਨਰਜੀ ਹਾਰੀ ਆ ਉਸ ਸੀਟ ਦੇ ਉੱਤੋਂ। ਤੇ ਉਹਨੂੰ ਵੀ ਉਸ ਮੀਟਿੰਗ 'ਚ ਸ਼ਾਮਲ ਕਰ ਲਿਆ ਗਿਆ, ਜਿਹਦੇ ਤੋਂ ਮਮਤਾ ਬੈਨਰਜੀ ਥੋੜੇ ਗਰਮ ਵੀ ਹੋਏ, ਤੱਤੇ ਵੀ ਹੋਏ ਕਿ ਇੱਕ ਚੁਣਿਆ ਹੋਇਆ ਐਮਐਲਏ ਹੀ ਹੈ, ਪਰ ਇੱਕ ਸਟੇਟ ਦੇ ਨਾਲ ਜਦੋਂ ਇੱਕ ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਡਾਇਲੌਗ ਦੇ ਵਿੱਚ ਆਉਂਦੇ ਆ ਤੇ ਇੱਕ ਸਧਾਰਨ ਐਮਐਲਏ ਨੂੰ ਉੱਥੇ ਸ਼ਾਮਲ ਕਰਨ ਦਾ ਕੀ ਮਤਲਬ ਹੈ। ਤੇ ਬਾਕੀ ਕੰਟਰੋਵਰਸ਼ੀਅਲ ਵੀ ਹੈ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜੇ ਉਹ ਕੇਸ ਹੈ, ਉਸ ਕੇਸ ਦੇ ਵਿੱਚ ਜਿਹੜੇ ਨਾਂ ਵੱਜਦੇ ਹੈ ਉਹਦੇ 'ਚ ਪ੍ਰਮੁੱਖ ਨਾਵਾਂ ਦੇ ਵਿੱਚ ਸ਼ਿਵੇਂਦੂ ਅਧਿਕਾਰੀ ਦਾ ਨਾਮ ਵੀ ਰਿਹਾ, ਪਰ ਜਿਹੜਾ ਐਕਸ਼ਨ ਹੋਇਆ ਉਹ ਜਿਹੜੇ ਚੁਣੇ ਗਏ ਹੁਣੇ 2 ਮੰਤਰੀ ਸੀ ਜਾਂ ਐਮਐਲਏ ਸੀ ਤ੍ਰਿਣਮੂਲ ਕਾਂਗਰਸ ਦੇ, ਉਹਨਾਂ ਤੇ ਹੋਇਆ। ਤੇ ਇਹ ਗੱਲ ਵੀ ਉੱਠੀ ਸੀ ਵੀ ਜਿਹੜਾ ਸ਼ਿਵੇਂਦੂ ਅਧਿਕਾਰੀ ਹੈ ਉਹਦੇ ਤੇ ਕਿਉਂ ਨਹੀਂ ਐਕਸ਼ਨ ਬਰਾਬਰ ਦਾ ਹੋਇਆ। ਭਾਵੇਂ ਠੀਕ ਹੈ ਕਿ ਹੁਣ ਉਹਨਾਂ ਦੀ ਜ਼ਮਾਨਤ ਹੋ ਗਈ ਹੈ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਐਮਐਲਏ ਤੇ ਮੰਤਰੀਆਂ ਨੂੰ, ਪਰ ਸ਼ਿਵੇਂਦੂ ਅਧਿਕਾਰੀ ਵੱਲ ਦੇਖਿਆ ਵੀ ਨਹੀਂ ਗਿਆ। ਉਲਟਾ ਉਹਨੂੰ ਮਮਤਾ ਬੈਨਰਜੀ ਨਾਲ ਮੀਟਿੰਗ ਦੇ ਵਿੱਚ ਸ਼ਾਮਲ ਕਰ ਲਿਆ ਗਿਆ, ਜਿਹਦੇ ਤੋਂ ਮਮਤਾ ਬੈਨਰਜੀ ਔਖੇ ਵੀ ਹੋਏ ਆ। ਪਰ ਇਨ ਬਿਟਵੀਨ ਕੁਝ ਖਬਰ ਆਈ ਹੈ ਕਿ ਇਹਨਾਂ ਦੀ ਆਪੋ ਵਿੱਚ ਗੱਲਬਾਤ ਹੋਈ ਹੈ ਤੇ ਕੋਈ ਇਹ ਤਾਂ ਨਹੀਂ, ਮੈਨੂੰ ਨਹੀਂ ਲੱਗਦਾ ਵੀ ਇਕੱਠਿਆਂ ਨੇ ਬੈਠ ਕੇ ਕੋਈ ਹਵਾਈ ਸਰਵੇਖਣ ਇਹਨਾਂ ਨੇ ਕੀਤਾ ਵੀ ਮਮਤਾ ਬੈਨਰਜੀ ਵੀ ਨਾਲ ਬੈਠੇ ਹੋਣ। ਮੈਂ ਦੇਖਿਆ ਨਹੀਂ ਖਬਰ ਇਹ, ਜੇ ਤੁਸੀਂ ਦੇਖੀ ਹੈ ਵੀ ਫਿਜ਼ੀਕਲੀ ਜੇ ਇਕੱਠੇ ਇੱਕੋ ਹੈਲੀਕਾਪਟਰ 'ਚ ਕਰ ਰਹੇ ਨੇ, ਜਾਇਜ਼ਾ ਲੈ ਰਹੇ ਨੇ, ਤਾਂ ਥੋੜਾ ਬਹੁਤ ਹੋ ਸਕਦਾ ਉਹਨਾਂ ਦੀ ਗੱਲਬਾਤ ਹੋਈ ਹੋਵੇ, ਪਰ ਇਹਦੀ ਬਹੁਤੀ ਕੋਈ ਰਿਸ਼ਤੇ ਸੁਧਰਨ ਦੀ ਇਹਦੇ ਨਾਲ ਕੋਈ ਸੰਭਾਵਨਾ ਬਹੁਤੀ ਨਹੀਂ ਦੇਖੀ ਜਾ ਸਕਦੀ। ਦੂਜਾ 1000 ਕਰੋੜ ਰੁਪਏ ਦਾ ਜਿਹੜਾ ਉਹਨਾਂ ਨੇ ਸਟੇਟਸ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ, ਉਹ ਕੇਵਲ ਪੱਛਮੀ ਬੰਗਾਲ ਨੂੰ ਨਹੀਂ ਹੈ, ਉਹ ਜਿੰਨੇ ਵੀ ਸਟੇਟਸ ਜਿਹੜੀਆਂ ਆ ਪ੍ਰਭਾਵਿਤ ਹੋਈਆਂ ਨੇ ਯਾਸ ਤੂਫਾਨ ਦੇ ਨਾਲ, ਜਿਹੜਾ ਨੁਕਸਾਨ ਹੋਇਆ ਉਹਦੇ 'ਚ ਉੜੀਸਾ ਵੀ ਸ਼ਾਮਲ ਹੈ, ਕੁਝ ਹੋਰ ਸੂਬੇ ਵੀ ਸ਼ਾਮਲ ਹੈ, ਉਹਨਾਂ ਸਾਰਿਆਂ ਨੂੰ ਸਾਂਝੇ ਤੌਰ ਦੇ ਉੱਤੇ ਇਹ ਮਦਦ ਦੇਣ ਦਾ ਉਹਨਾਂ ਨੇ ਐਲਾਨ ਕੀਤਾ। ਜਦਕਿ ਪਿਛਲਾ ਜਿਹੜਾ ਤੂਫਾਨ ਸੀ ਉਸ ਤੂਫਾਨ ਦੇ ਵਿੱਚ ਛੋਟਾ ਜਿਹਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਕੇਵਲ ਗੁਜਰਾਤ ਨੂੰ ਹੀ 1000 ਕਰੋੜ ਰੁਪਏ ਦਾ ਮੁਆਵਜ਼ਾ ਜਾਂ ਮਦਦ ਦੇਣ ਦਾ ਐਲਾਨ ਕੀਤਾ ਸੀ ਨਰਿੰਦਰ ਮੋਦੀ ਹੋਰਾਂ ਨੇ।
ਦਿਸਾਂਝ ਸਾਹਿਬ, ਜਿਹੜੀ ਖਬਰ ਆਈ ਹੈ ਜੀ ਉਹ ਇਹ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਲਾਈਕੁੰਡਾ ਹਵਾਈ ਅੱਡੇ ਦੇ ਉੱਤੇ ਪ੍ਰਧਾਨ ਮੰਤਰੀ ਨਾਲ ਸਿੱਧੇ ਰੂਪ 'ਚ ਮੁਲਾਕਾਤ ਕੀਤੀ ਆ, ਪਰ ਜਿਹੜਾ ਹਵਾਈ ਦੌਰਾ ਹੈ ਦੋਨਾਂ ਨੇ ਅਲੱਗ-ਅਲੱਗ ਕੀਤਾ, ਇੱਕੋ ਜਹਾਜ਼ 'ਚ ਬਹਿ ਕੇ ਨਹੀਂ ਕੀਤਾ ਜੀ। ਜੀ ਜੀ, ਬਿਲਕੁਲ ਠੀਕ ਹੈ ਗੱਲ। ਤੇ ਹਾਂਜੀ ਪ੍ਰੋਟੋਕਾਲ ਹੋ ਜਾਂਦਾ ਹੈ, ਪ੍ਰੋਟੋਕਾਲ ਹੋ ਜਾਂਦਾ ਹੈ ਵੀ ਜਦੋਂ ਤੁਸੀਂ ਪ੍ਰਧਾਨ ਮੰਤਰੀ ਆ ਰਿਹਾ ਹੈ ਤੇ ਤੁਸੀਂ ਕਈ ਵਾਰ ਉਹਨਾਂ ਨੂੰ ਵੈਲਕਮ ਕਹਿੰਦੇ ਹੋ, ਤਾਂ ਪ੍ਰੋਟੋਕਾਲ ਦੇ ਅਧੀਨ ਛੋਟੀ ਜਿਹੀ ਮੁਲਾਕਾਤ ਹੋ ਸਕਦੀ ਹੈ। ਉਹਦੇ ਨਾਲ ਕੋਈ ਤਲਖੀ ਘਟ ਗਈ ਹੋਵੇ, ਉਹਦੀ ਕੋਈ ਬਹੁਤੀ ਸੰਭਾਵਨਾ ਨਹੀਂ, ਕਿਉਂਕਿ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਭਾਰਤ ਦੇ ਵਿੱਚ ਜਿਹੜੀ ਟੋਟਲ ਇੰਟਰਨਲ ਪੋਲਿਟਿਕਸ ਹੋਣੀ ਹੈ, ਇਲੈਕਸ਼ਨ ਪੋਲਿਟਿਕਸ ਹੋਣੀ ਹੈ, ਜਦੋਂ 2024 ਦੀ ਤਿਆਰੀ ਹੋਣੀ ਹੈ, ਉਸ ਤੋਂ ਪਹਿਲਾਂ ਹੀ ਮਮਤਾ ਬੈਨਰਜੀ ਨੂੰ ਨੈਸ਼ਨਲ ਸੀਨ ਦੇ ਉੱਤੇ ਆਪਾਂ ਦੇਖਾਂਗੇ। ਜਦੋਂ ਯੂਪੀਏ ਨੂੰ ਫਿਰ ਤੋਂ ਐਕਟਿਵ ਕੀਤਾ ਜਾਣਾ ਹੈ, ਤੇ ਸੰਭਾਵਨਾਵਾਂ ਇਹ ਵੀ ਹੈ ਕਿ ਮਮਤਾ ਬੈਨਰਜੀ ਨੂੰ ਬੀਬੀ ਸੋਨੀਆ ਗਾਂਧੀ ਦੀ ਥਾਂ ਦੇ ਉੱਤੇ ਯੂਪੀਏ ਦੀ ਚੇਅਰਪਰਸਨ ਬਣਾਉਣ ਦੀ ਚਰਚਾ ਵੀ ਚੱਲ ਰਹੀ ਹੈ। ਸੋ ਸਿੱਧਾ ਟਕਰਾਅ ਆਉਣ ਵਾਲੇ ਸਮੇਂ ਦੇ ਵਿੱਚ ਸਗੋਂ ਹੋਰ ਤਿੱਖਾ ਹੋਣ ਦੀ ਸੰਭਾਵਨਾ ਹੈ, ਨਾ ਕਿ ਇਹ ਟਕਰਾਅ ਜਾਂ ਤਲਖੀ ਘਟਣੀ ਹੈ। ਦੂਜੀ ਗੱਲ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨੀਤੀ ਤੇ ਨੀਅਤ ਦੇ ਵਿੱਚ ਜਿਹੜਾ ਖੋਟ ਹੈ, ਉਹ ਇਹ ਹੈ ਕਿ ਜਿਹੜੀ ਵਿਰੋਧੀ ਪਾਰਟੀਆਂ ਦੀਆਂ ਸੂਬਾਈ ਸਰਕਾਰਾਂ ਆ, ਉਹਨਾਂ ਨੂੰ ਕਿਸੇ ਵੀ ਪੱਧਰ ਤੇ ਕੋਈ ਰਾਹਤ ਨਹੀਂ ਦੇਣੀ ਇਹਨਾਂ ਨੇ, ਸਗੋਂ ਉਹਨਾਂ ਦਾ ਕਾਫੀਆ ਜਿਹੜਾ ਆ ਉਹ ਟਾਈਟ ਕਰਕੇ ਹੀ ਰੱਖਣਾ ਹੈ। ਇਹ ਇਹਨਾਂ ਦੀ ਪਾਲਿਸੀ ਦਾ ਮਸਲਾ ਹੈ। ਇਸ ਕਰਕੇ ਪ੍ਰੋਟੋਕਾਲ ਦੇ ਤਹਿਤ ਕਿਸੇ ਦਾ ਮਿਲ ਲੈਣਾ ਥੋੜਾ ਬਹੁਤ, ਉਹਨੂੰ ਕੋਈ ਇਸ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਖਬਰੇ ਬਹੁਤ ਪੋਜ਼ਿਟਿਵ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਰਿਸ਼ਤੇ ਸੁਧਾਰਨ ਵਿੱਚ ਲੱਗੇ ਹੋਏ ਨੇ। ਇਹਦਾ ਕੋਈ ਮਤਲਬ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਇਹ ਰਿਸ਼ਤੇ ਸਗੋਂ ਹੋਰ ਤਲਖ ਹੋਣੇ ਆ, ਜਦੋਂ ਕੌਮੀ ਸਿਆਸਤ ਦੇ ਵਿੱਚ ਮਮਤਾ ਬੈਨਰਜੀ ਦਾ ਰੁਤਬਾ ਥੋੜਾ ਵਧਣਾ ਹੈ। ਜੀ ਦਿਸਾਂਝ ਸਾਹਿਬ, ਪੰਜਾਬ ਦੀਆਂ ਖਬਰਾਂ ਵੱਲ ਰੁਖ ਕਰਨ ਤੋਂ ਪਹਿਲਾਂ ਕਿਸਾਨ ਦੀ ਖਬਰ ਆ ਰਹੀ ਹੈ, ਕਿਸਾਨਾਂ ਦੀ, ਕਿ ਗੁੜਗਾਉਂ ਇੱਕ ਟੋਲ ਪਲਾਜ਼ੇ ਦੇ ਉੱਤੇ ਕਿਸਾਨਾਂ ਨੇ ਕਾਫੀ ਜ਼ਿਆਦਾ ਟ੍ਰੈਫਿਕ ਜਾਮ ਕੀਤੀ ਆ, ਜਿਹੜਾ ਜਮਨਾ ਐਕਸਪ੍ਰੈਸ ਵੇ ਆ ਉਹਨੂੰ ਬੰਦ ਕੀਤਾ ਜੀ। ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਉਗਰਾਹਾਂ ਦੀ ਜਿਹੜੀ ਕਾਲ ਸੀ, ਉਹਦਾ ਅੱਜ ਪਹਿਲਾ ਦਿਨ ਸ਼ੁਰੂ ਹੋ ਗਿਆ। 3 ਦਿਨ ਲਈ ਉਹਨਾਂ ਨੇ ਹੜਤਾਲ ਕਰਨੀ ਆ, ਔਰ ਪਹਿਲਾਂ ਵੀ ਕਿਸਾਨ ਉੱਥੇ ਡਟੇ ਬੈਠੇ ਹੋਏ ਆ। ਜਿਹੜੇ 2 ਹਾਈਵੇ ਨਿਕਲ ਰਹੇ ਆ, ਉਹਨਾਂ ਦੀ ਜ਼ਮੀਨਾਂ ਨੂੰ ਜਿਸ ਤਰ੍ਹਾਂ ਸਰਕਾਰ ਕਹਿੰਦੇ ਕੌਡੀਆਂ ਦੇ ਭਾਅ ਲੈ ਰਹੀ ਆ, ਉਹਦਾ ਪ੍ਰੋਟੈਸਟ ਕਰ ਰਹੇ ਆ। ਇੱਕ ਪਾਸੇ ਤੇ ਕੈਪਟਨ ਸਰਕਾਰ ਕਿਸਾਨਾਂ ਦੀ ਹਮਾਇਤ ਦਾ ਦਾਅਵਾ ਕਰਦੀ ਆ, ਤੇ ਦੂਜੇ ਪਾਸੇ ਖੁਦ ਹੀ ਸਟੇਟ ਦੇ ਅੰਦਰ ਵੀ ਕਿਸਾਨ ਜਿਹੜਾ ਆ ਉਹ ਪੰਜਾਬ ਸਰਕਾਰ, ਮਤਲਬ ਸਟੇਟ ਦੀ ਸਰਕਾਰ ਦੇ ਵਿਰੁੱਧ ਉੱਠ ਖੜਾ ਹੋਇਆ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹੁਣ ਇਹ ਨਿੱਕੇ ਨਿੱਕੇ ਮੇਜਰ ਕਰ ਰਹੀ ਆ ਸਰਕਾਰ, ਬਿਜਲੀ ਥੋੜੀ ਜਿਹੀ 50 ਪੈਸੇ ਸਸਤੀ ਕਰ ਦਿਓ, ਜਾਂ ਜਿਹੜੀ ਨਵੀਂ ਸਿੱਟ ਬਣਾਈ ਆ ਉਹਦੀ ਤੇਜ਼ੀ ਨਾਲ ਮੀਟਿੰਗਾਂ ਕਰਾ ਦਿਓ। ਅੱਜ ਉਹ ਵੀ ਖਬਰ ਇੱਕ ਹੈ ਕਿ ਉਹਨਾਂ ਨੇ 43 ਗਵਾਹ ਜਿਹੜੇ ਸੀ ਉਹ ਸੱਦੇ ਸੀ, ਜਿਨ੍ਹਾਂ 'ਚੋਂ 25 ਪੇਸ਼ ਹੋਏ, ਜਿਹੜੇ ਯਾਦਵ ਨਵੇਂ ਬਣਾਏ ਨੇ ਨਵੀਂ ਸਿੱਟ ਦੇ ਮੁਖੀ, ਉਹ ਤੇ ਨਾਲ 2 ਅਫਸਰ ਹੋਰ ਸੀਗੇ। ਤੇ ਬਹੁਤ ਸਾਰੇ ਗਵਾਹ ਪਹਿਲਾਂ ਭੁਗਤ ਚੁੱਕੇ ਆ ਵੱਖ-ਵੱਖ। ਹੁਣ ਤੱਕ 5-6 ਇਹੋ ਜਿਹੀਆਂ ਜਿਹੜੀਆਂ ਟੀਮਾਂ ਨੇ ਉਹ ਲੋਕਾਂ ਕੋਲ ਇਨਕੁਆਇਰੀ ਕਰ ਚੁੱਕੀਆਂ, ਤੇ ਨਤੀਜਾ ਕੋਈ ਨਹੀਂ ਨਿਕਲਿਆ। ਅਕਾਲੀਆਂ ਨੇ ਜੋਰਾ ਸਿੰਘ ਕਮਿਸ਼ਨ ਬਣਾਇਆ ਸੀਗਾ, ਬਾਅਦ ਵਿੱਚ ਰਣਜੀਤ ਸਿੰਘ ਕਮਿਸ਼ਨ ਵੀ ਗਿਆ, ਉਸ ਤੋਂ ਬਾਅਦ ਇਹ ਸਿੱਟ ਬਣਾਈ ਗਈ ਸੀਗੀ ਜੀ ਆਪਣੀ। ਇੱਕ ਖਟੜਾ ਸਾਹਿਬ ਨੇ ਵੀ ਇਨਕੁਆਇਰੀ ਕੀਤੀ ਸੀ ਕੋਟਕਪੂਰਾ ਵਾਲੇ ਘਟਨਾਕ੍ਰਮ ਦੀ, ਸਾਰਿਆਂ ਦੀ ਜਾਂ ਦੂਜੇ ਦੀ। ਸੋ ਇਸ ਤੋਂ ਇਲਾਵਾ ਉਹ ਇੱਕ ਲੋਕ ਕਮਿਸ਼ਨ ਵੀ ਬਣਿਆ ਸੀਗਾ, ਜਿਹੜੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ, ਉਹਨਾਂ ਦਾ ਮੈਂ ਨਾਂ ਥੋੜ੍ਹਾ ਜਿਹਾ ਮਿਸ ਕਰ ਰਿਹਾ, ਕਾਫੀ ਚਰਚਾ 'ਚ ਰਹਿੰਦੇ ਨੇ, ਉਹਨਾਂ ਦੀ ਰਹਿਨਮਾਈ ਹੇਠ। ਸੋ ਲੋਕ ਵਿਚਾਰੇ ਬਾਰ-ਬਾਰ 15 ਦੀਆਂ ਘਟਨਾਵਾਂ ਨੇ, ਬਹੁਤ ਸਾਰੇ ਲੋਕ ਇੱਥੋਂ ਜਾ ਚੁੱਕੇ ਹੋਣਗੇ। ਜਿਵੇਂ ਦਿੱਲੀ ਦੇ ਜਿਹੜੇ ਹੋਏ ਸੀਗੇ ਨਰਸੰਹਾਰ ਜਿਹਨੂੰ ਕਹਿ ਲਓ, ਜਾਂ ਕਿਸ ਤਰ੍ਹਾਂ ਦਾ ਵੱਡਾ ਉੱਥੇ ਘਟਨਾਕ੍ਰਮ ਹੋਇਆ ਸੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ, ਉੱਥੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਗਵਾਹੀਆਂ ਤੇ ਫਿਰ ਬਾਰ-ਬਾਰ ਕਮਿਸ਼ਨ ਤੇ ਕਮਿਸ਼ਨ, ਤੇ ਇੰਨੇ ਸਾਲ ਹੋ ਜਾਣ, 30-35 ਸਾਲ, ਤੇ ਇਹ ਘਟਨਾ ਵੀ ਮੈਨੂੰ ਲੱਗਦਾ ਉਸੇ ਰਾਏ ਪੈ ਚੁੱਕੀ ਆ ਕਿ ਇਨਸਾਫ ਕੋਈ ਕਿਸੇ ਨੂੰ ਨਹੀਂ ਮਿਲਣਾ। ਪਰ ਸਰਕਾਰਾਂ ਕਾਰਵਾਈ ਪਾਈ ਜਾ ਰਹੀਆਂ ਨੇ, ਤੇ ਵੋਟਾਂ ਬਟੋਰਨ ਲਈ ਨਵੇਂ ਤੋਂ ਨਵੇਂ ਦਾਅ ਪੇਚ ਘੜ ਲੈਂਦੀਆਂ ਨੇ। ਜੀ ਜਿਹੜਾ ਕਿਸਾਨਾਂ ਵਾਲਾ ਇਸ਼ੂ ਹੈ ਉਹ ਇਸ ਤਰ੍ਹਾਂ ਹੈ ਕਿ ਗੁੜਗਾਉਂ ਤੇ ਉਹ ਜਿਹੜਾ ਨੋਇਡਾ, ਅਸਲ ਦੇ ਵਿੱਚ ਨੋਇਡਾ ਦੇ ਕੋਲ ਜਿਹੜਾ ਯਮੁਨਾ ਐਕਸਪ੍ਰੈਸ ਵੀ ਹੈਗਾ, ਉੱਥੇ ਪਰਸੋਂ ਰਾਤ ਤੋਂ ਹੀ ਕਿਸਾਨ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਕਾਫੀ ਵੱਡੀ ਤਾਦਾਦ ਦੇ ਵਿੱਚ। ਤੇ ਉਹਨਾਂ ਨੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਹੀ ਉੱਥੇ ਇਹ 2 ਲੇਨ ਜਿਹੜੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਹੈ। 1 ਲੇਨ ਖੁੱਲੀ ਰਹੀ ਆਵਾਜਾਈ ਵਾਸਤੇ। ਕੁਝ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਸੀ, ਤੇ ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਇਹ ਜਿਹੜਾ ਰਸਤਾ ਨਾ ਜਾਮ ਕਰੋ, ਪਰ ਕਿਸਾਨ ਨਹੀਂ ਮੰਨੇ, ਤੇ ਦੇਰ ਰਾਤ ਵਾਪਸ ਆ ਕੇ ਉਹਨਾਂ ਨੇ ਧਰਨਾ ਲਾਇਆ, ਜਿਹੜਾ ਲਗਾਤਾਰ ਉੱਥੇ ਚੱਲ ਰਿਹਾ ਹੈ।
ਹੁਣ ਨਹੀਂ ਮੈਨੂੰ ਪਤਾ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਰਸਤਾ ਰੁਕਿਆ ਹੋ ਜਾਂ ਨਹੀਂ, ਪਰ ਉਹਨਾਂ ਨੇ ਜਾਮ ਲਾਇਆ ਤੇ ਉਹਨਾਂ ਦਾ ਏਜੰਡਾ ਇਹੀ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਉਹ ਤਿੰਨ ਖੇਤੀ ਕਾਨੂੰਨਾਂ ਦੇ ਇਸ਼ੂ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਕੁਝ ਹੋਰ ਇਲਾਕਿਆਂ ਦੇ ਵਿੱਚ ਅੰਦੋਲਨ ਨੂੰ ਅੱਗੇ ਵਧਾਉਣਾ ਚਾਹੁੰਦੇ ਆ। ਤੇ ਦੂਸਰੇ ਪਾਸੇ ਜਿਹੜਾ ਪਟਿਆਲੇ ਵਾਲਾ ਧਰਨਾ ਆ, ਉਹਦਾ ਅਸਲ ਦੇ ਵਿੱਚ ਕੈਪਟਨ ਅਮਰਿੰਦਰ ਨੇ ਵੀ ਅਪੀਲ ਕੀਤੀ ਸੀ ਕਰੋਨਾ ਦਾ ਹਵਾਲਾ ਦੇ ਕੇ ਵੀ ਪਟਿਆਲੇ ਵਾਲਾ ਧਰਨਾ ਨਾ ਲਾਇਆ ਜਾਏ। ਪਟਿਆਲੇ ਵਾਲਾ ਧਰਨਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਹੈ। ਪਟਿਆਲੇ ਵਾਲਾ ਧਰਨਾ ਕੱਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ 3 ਦਿਨ ਦਾ ਧਰਨਾ ਹੈ ਤੇ ਅੱਜ ਉਹਦਾ ਪਹਿਲਾ ਦਿਨ ਸੀ ਤੇ 20,000 ਦਾ ਪੰਡਾਲ ਲਾਇਆ ਗਿਆ ਕਿ 20,000 ਲੋਕ ਉੱਥੇ ਆ ਸਕਦੇ ਉਸ ਪੰਡਾਲ 'ਚ, ਪਰ ਸਰੀਰਕ ਦੂਰੀ ਨੂੰ ਧਿਆਨ 'ਚ ਰੱਖਦਿਆਂ ਜਿਹੜੀਆਂ ਗਾਈਡਲਾਈਨਸ ਹੈ ਉਹਦੀ ਪਾਲਣਾ ਕਰਦਿਆਂ ਕਿਸਾਨ ਉੱਥੇ 2,000 ਆਏ ਹੈ। ਜਾਣੀ 20,000 ਦੇ ਪੰਡਾਲ 'ਚ 2,000 ਕਿਸਾਨ ਆਏ ਤੇ ਉਹ ਕਿਸਾਨ ਸਾਰਾ ਦਿਨ ਰਹੇ ਆ ਤੇ ਰਾਤ ਨੂੰ ਕਿਸਾਨ ਵਾਪਸ ਚਲੇ ਗਏ ਨੇ ਤੇ 50 ਤੋਂ 100 ਕਿਸਾਨ ਰਾਤ ਨੂੰ ਉੱਥੇ ਸੀਗੇ। ਹੁਣ ਭਾਰਤੀ ਸਮੇਂ ਦੇ ਮੁਤਾਬਕ ਸਵੇਰਾ ਹੋ ਗਿਆ ਤੇ ਹੋਰ 2 ਘੰਟਿਆਂ ਤੱਕ ਫਿਰ ਉਹ 2,000 ਕਿਸਾਨ ਦੇ ਕਰੀਬ ਜਿਹੜੇ ਉੱਥੇ ਆਉਣਗੇ ਵੱਖ-ਵੱਖ ਜ਼ਿਲ੍ਹਿਆਂ ਤੋਂ। ਕੱਲ ਜਾਂ ਅੱਜ, ਤੁਹਾਡੇ ਅੱਜ ਕਿਹਾ ਜਾ ਸਕਦਾ ਪਰ ਉਹ ਸਾਡਾ ਲੰਘ ਗਿਆ ਟਾਈਮ। ਕੱਲ ਜਿਹੜੇ ਆ 3 ਜ਼ਿਲ੍ਹਿਆਂ ਤੋਂ ਕਿਸਾਨ ਸੀ, ਹੁਣ ਅਗਲੇ ਕੋਈ 3 ਜ਼ਿਲ੍ਹੇ ਚੁਣ ਕੇ ਉੱਥੋਂ ਕਿਸਾਨ ਅੱਜ ਆਉਣਗੇ। ਇੱਧਰ ਤੀਜਾ ਦਿਨ ਰਹੇਗਾ, 3 ਦਿਨ ਦਾ ਉਹ ਹੈ। ਇਹ ਧਰਨਾ ਜਿਹੜਾ ਲਾਇਆ ਇਸ ਕਰਕੇ ਗਿਆ ਹੈ ਕਿ ਪੰਜਾਬ ਦੇ ਵਿੱਚ ਵੀ ਤੇ ਦੇਸ਼ ਦੇ ਵਿੱਚ ਵੀ ਕੋਵਿਡ ਦੇ ਨਾਂ ਦੇ ਉੱਤੇ ਜਿਹੜੀ ਦਹਿਸ਼ਤ ਫੈਲਾਈ ਗਈ ਹੈ ਤੇ ਨਾਲ ਦੀ ਨਾਲ ਕੋਵਿਡ ਦਾ ਬਹਾਨਾ ਬਣਾ ਕੇ ਜਿਵੇਂ ਕਿਸਾਨਾਂ ਦੇ ਧਰਨਿਆਂ ਨੂੰ ਉਠਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਉਹਦੇ ਖਿਲਾਫ ਇਹ ਧਰਨਾ ਹੈ। ਵੀ ਸਰਕਾਰ ਚਾਹੇ ਸਟੇਟ ਗਵਰਨਮੈਂਟ ਹੈ ਚਾਹੇ ਨੈਸ਼ਨਲ ਗਵਰਨਮੈਂਟ ਹੈ, ਜੇ ਪੰਜਾਬ ਚ ਲਾਇਆ ਪਟਿਆਲੇ ਇਹ ਧਰਨਾ ਤਾਂ ਸਟੇਟ ਗਵਰਨਮੈਂਟ ਨੂੰ ਕੁਐਸਚਨ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਵੀ ਤੁਸੀਂ ਜਿਹੜੇ ਕੋਵਿਡ ਦੇ ਨਾਂ ਦੇ ਉੱਤੇ ਜਿਹੜਾ ਜਿਸ ਕਿਸਮ ਦੀ ਬਦਇਨਸਾਮੀ ਹੈ ਇੱਥੇ, ਉਹਦਾ ਤੁਹਾਡੇ ਕੋਲ ਕੀ ਜਵਾਬ ਹੈ? ਉਲਟਾ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਅਸੀਂ ਧਰਨੇ ਨਾ ਲਈਏ। ਵੀ ਧਰਨੇ ਤਾਂ ਲੱਗਣਗੇ, ਅਸੀਂ ਪ੍ਰੋਟੋਕਾਲ ਜਿੰਨਾ ਵੀ ਹੈਗਾ ਕੋਵਿਡ ਦਾ ਜਾਂ ਜਿੰਨੀ ਵੀ ਗਾਈਡਲਾਈਨ ਹੈ ਉਹਨੂੰ ਬਿਲਕੁਲ ਨਿਭਾ ਰਹੇ ਹਾਂ। ਤੇ ਧਰਨੇ 'ਚ ਦੇਖਿਆ ਵੀ ਗਿਆ ਵੀ 2,000 ਜੇ ਕਿਸਾਨ ਆਇਆ ਤੇ ਹਰੇਕ ਨੇ ਸੈਨੀਟਾਈਜ਼ਰ ਵੀ ਉੱਥੇ ਯੂਜ਼ ਕੀਤਾ ਤੇ ਮਾਸਕ ਵੀ ਜਿਹੜੇ ਲਾਏ ਤੇ ਜਿਹੜੀ ਫਿਜ਼ੀਕਲ ਦੂਰੀ ਹੈ, ਮੈਂ ਸੋਸ਼ਲ ਡਿਸਟੈਂਸ ਤਾਂ ਨਹੀਂ ਕਹਿੰਦਾ, ਜਿਹੜੀ ਫਿਜ਼ੀਕਲ ਡਿਸਟੈਂਸ ਹੈ ਉਹਦਾ ਵੀ ਪਾਲਣ ਕੀਤਾ। ਤੇ ਤੁਸੀਂ ਸਗੋਂ ਸਰਕਾਰ ਨੂੰ ਉਹਨਾਂ ਨੇ ਸਵਾਲ ਕੀਤਾ ਵੀ ਤੁਹਾਡੇ ਵੱਲੋਂ ਕਿਸੇ ਵੀ ਕਿਸਮ ਦੀ ਆਪਣੀ ਹੀ ਗਾਈਡਲਾਈਨ ਦੀ ਜਿਹੜੀ ਹੈ ਉਹਦੀ ਉਸ ਤਰੀਕੇ ਦੇ ਨਾਲ ਪਾਲਣਾ ਨਹੀਂ ਕੀਤੀ ਜਾਂਦੀ, ਸਗੋਂ ਅਸੀਂ ਪਾਲਣਾ ਵੀ ਕਰ ਰਹੇ ਹਾਂ। ਉਲਟਾ ਸਾਨੂੰ ਤੁਸੀਂ ਇੱਕ ਬਹਾਨਾ ਲਾ ਕੇ ਉਠਾਉਣਾ ਚਾਹੁੰਦੇ ਹੋ, ਸਾਡੀ ਐਜੂਕੇਸ਼ਨ ਨੂੰ ਖਤਮ ਕਰਨਾ ਚਾਹੁੰਦੇ ਹੋ ਵੀ ਜੋ ਕੇਂਦਰ ਸਰਕਾਰ ਕਰ ਰਹੀ ਹੈ ਉਹੀ ਸਟੇਟ ਗਵਰਨਮੈਂਟ ਕਰ ਰਹੀ ਹੈ। ਦੋਨਾਂ ਦੀਆਂ ਨੀਤੀਆਂ 'ਚ ਕੋਈ ਫਰਕ ਨਹੀਂ। ਹਾਥੀ ਦੇ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹਾਂ, ਉਹ ਉਹਨਾਂ ਦਾ ਕਹਿਣਾ ਕਿਸਾਨਾਂ ਦਾ ਵੀ ਹਾਥੀ ਦੇ ਦੰਦ ਦੇਖਣ ਦੇ ਹੋਰ ਹੈ, ਦਿਖਾਉਣ ਦੇ ਹੋਰ ਹੈ। ਸੋ ਜਿਹੜੀ ਇੱਕ ਕੈਪਟਨ ਅਮਰਿੰਦਰ ਨੇ ਕੋਈ ਇਦਾਂ ਦੀ ਸਿਚੁਏਸ਼ਨ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਅਸੀਂ ਬੜੇ ਕਿਸਾਨ ਹਿਤੈਸ਼ੀ ਹਾਂ, ਇਦਾਂ ਦੇ ਧਰਨੇ ਜਿਹੜੇ ਪੰਜਾਬ ਦੇ ਵਿੱਚ ਲੱਗੇ ਹੋਏ ਆ, ਜਦੋਂ ਸਟੇਟ ਗਵਰਨਮੈਂਟ ਦੀਆਂ ਨੀਤੀਆਂ ਨੂੰ ਉਹ ਚੀਰ-ਫਾੜ ਕਰਦੇ ਨੇ, ਉਹਦੀ ਨੁਕਤਾਚੀਨੀ ਕਰਦੇ ਨੇ, ਤਾਂ ਉਹ ਸਥਿਤੀ ਵੀ ਸਪਸ਼ਟ ਹੋ ਜਾਂਦੀ ਹੈ ਵੀ ਪੰਜਾਬ ਦੀ ਸਰਕਾਰ ਵੀ ਕੋਈ ਬਹੁਤ ਇਸ ਤਰ੍ਹਾਂ ਦੀ ਨਹੀਂ ਹੈ ਕਿ ਉਹ ਕਿਸਾਨ ਹਿਤੈਸ਼ੀ ਹੈ। ਉਹ ਸਿਰਫ ਰਾਜਸੀ ਮਜਬੂਰੀ ਦੇ ਵਿੱਚ ਕਿਸਾਨਾਂ ਦੀ ਕਈ ਵਾਰੀ ਗੱਲ ਕਰਦੇ ਆ। ਦਸਾਂਝ ਸਾਹਿਬ ਜੀ, ਤੁਸੀਂ ਕਿਹਾ ਕਿ 20,000 ਦਾ ਪ੍ਰਬੰਧ ਕੀਤਾ ਗਿਆ ਸੀ ਪਰ ਆਏ 2,000, ਕੀ ਕਿਸਾਨ ਆਪ ਹੀ ਨਹੀਂ ਪਹੁੰਚੇ ਜਾਂ ਜਿਹੜਾ ਇਹ ਡਿਸਟੈਂਸ ਫਿਜ਼ੀਕਲ ਕਹਿ ਰਹੇ ਹੋ ਉਹ ਰੱਖਣ ਦੀ ਖਾਤਰ ਲੀਡਰਸ਼ਿਪ ਨੇ ਆਪ ਹੀ ਕਿਹਾ ਕਿ ਜ਼ਿਆਦਾ ਇਕੱਠ ਨਾ ਕੀਤਾ ਜਾਵੇ, ਜਾਂ ਲੋਕ ਆਪਣੇ ਆਪ ਹੀ ਨਹੀਂ ਆਏ ਇਸ ਡਰ ਤੋਂ? ਨਹੀਂ, ਬਿਲਕੁਲ ਪਲਾਨਡ ਤਰੀਕੇ ਦੇ ਨਾਲ ਇਹ ਜਿਹੜੀਆਂ ਆਰਗੇਨਾਈਜ਼ਡ ਜਿਹੜੀਆਂ ਸਾਡੀਆਂ ਕੁਝ ਜਥੇਬੰਦੀਆਂ ਹੈ ਜਿਹਨਾਂ ਨੂੰ ਅਸੀਂ ਆਰਗੇਨਾਈਜ਼ਡ ਸੈਕਟਰ ਕਹਿ ਦਿੰਦੇ ਆ, ਜਿਹੜਾ ਕਿਸਾਨਾਂ ਦਾ ਆਰਗੇਨਾਈਜ਼ਡ ਸੈਕਟਰ ਹੀ ਹੈ ਕਿਸਮ ਦਾ ਇਹ ਬਹੁਤ ਹੀ ਡਿਸਪਲਿਨ 'ਚ ਚੱਲਣ ਵਾਲਾ ਕਾਡਰ ਹੁੰਦਾ ਹੈ। ਜਿਹੜੇ ਦਿੱਲੀ ਦੇ ਧਰਨੇ ਨੇ ਜਾਂ ਸ਼ੁਰੂਆਤੀ ਜਿਹੜੇ ਮਤਲਬ ਆਪਣੇ ਦਿੱਲੀ ਵਾਲੇ ਧਰਨੇ ਜਾਂ ਮੋਰਚੇ ਜਿਹਨੂੰ ਅਸੀਂ ਕਹਿੰਦੇ ਆ, ਸਿੰਘੂ ਬਾਰਡਰ ਹੋ ਗਿਆ, ਟਿੱਕਰੀ ਬਾਰਡਰ ਹੋ ਗਿਆ, ਉੱਥੇ ਜਿਹੜੇ ਆਰਗੇਨਾਈਜ਼ਡ ਜਿਹੜੇ 40-45% ਲੋਕ ਜਾਂਦੇ ਰਹੇ ਆ ਤੇ ਅਨਆਰਗੇਨਾਈਜ਼ਡ ਜਿਹੜਾ ਆਪ ਮੁਹਾਰਾ ਜਿਹਨੂੰ ਆਪਾਂ ਕਹਿੰਦੇ ਆ, ਉਹ 50% ਤੋਂ ਵੀ ਜ਼ਿਆਦਾ ਉੱਥੇ ਲੋਕ ਸੀਗੇ। ਤੇ ਹੁਣ ਵੀ ਹੁਣ ਉੱਦਾਂ ਨਹੀਂ ਆ, ਹੁਣ ਸਗੋਂ ਅੱਗੇ ਨਾਲੋਂ ਜ਼ਿਆਦਾ ਡਿਸਿਪਲਿਨ ਇਸ ਕਰਕੇ ਵੀ ਦਿਖਾਈ ਦੇ ਰਿਹਾ ਦਿੱਲੀ ਦੇ ਮੋਰਚਿਆਂ 'ਚ, ਕਿਉਂਕਿ ਉੱਥੇ ਆਰਗੇਨਾਈਜ਼ਡ ਤੇ ਕਮਿਟਡ ਲੋਕ ਰਹਿ ਗਏ ਨੇ। ਜਿਹੜੀਆਂ ਜਥੇਬੰਦੀਆਂ ਹੈ ਉਹਨਾਂ ਦਾ ਇੱਕ ਕਾਡਰ ਬੇਸ ਹੈਗਾ ਤੇ ਉਹਨਾਂ ਨੂੰ ਜੋ ਥੱਲੇ ਕੋਟੇ ਲਾਏ ਜਾਂਦੇ, ਜਿੱਦਾਂ ਸ਼ੁੱਧ ਲਫ਼ਜ਼ਾਂ 'ਚ ਕਹਾਂ
ਵੀ ਜਥੇਬੰਦੀਆਂ ਦੇ ਵਿੱਚ ਕੋਟੇ ਲਾਏ ਜਾਂਦੇ ਆ ਵੀ ਫਲਾਣੇ ਜ਼ਿਲ੍ਹੇ ਦੇ ਵਿੱਚੋਂ ਫਲਾਣੀ ਤਹਿਸੀਲ ਦੇ ਵਿੱਚੋਂ ਇੰਨੇ ਲੋਕ ਆਉਣਗੇ, ਤੇ ਉਨੇ ਹੀ ਆਉਂਦੇ ਆ। ਤੇ ਇਹ ਬਕਾਇਦਾ 20,000 ਦਾ ਪੰਡਾਲ ਲਾ ਕੇ ਥੱਲੇ ਤੱਕ ਇਹ ਗੱਲ ਪਹੁੰਚਾਈ ਗਈ, ਜਿਹੜੇ ਜਿਹੜੇ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਾ ਕੇ ਕੋਟੇ ਲਾਏ ਗਏ ਸੀ ਵੀ ਤੁਸੀਂ ਇੰਨੇ ਲੋਕਾਂ ਨੇ ਆਉਣਾ, ਇਸ ਪਿੰਡ 'ਚੋਂ ਇੰਨੇ ਚਾਹੀਦੇ ਆ, ਕਿਉਂਕਿ ਯੂਨਿਟ ਬਣੇ ਹੋਏ ਆ ਥੱਲੇ ਤੱਕ। ਜੀ ਮਤਲਬ ਜਥੇਬੰਦੀਆਂ ਦੇ ਥੱਲੇ ਤੱਕ ਯੂਨਿਟਸ ਨੇ। ਪਹਿਲਾਂ ਡਿਸਟ੍ਰਿਕਟ ਤੈਅ ਕੀਤਾ ਜਾਊਗਾ ਵੀ ਕਿਹੜੇ ਜ਼ਿਲ੍ਹੇ 'ਚੋਂ ਕਿੰਨੇ ਲੋਕ ਆਉਣਗੇ, ਫਿਰ ਉਹ ਡਿਸਟ੍ਰਿਕਟ ਕਮੇਟੀ ਜ਼ਿਲ੍ਹੇ ਨੂੰ ਤੈਅ ਕਰਕੇ ਦਿੰਦੀ ਹੈ ਵੀ ਤੁਹਾਡੀ ਤਹਿਸੀਲ 'ਚੋਂ ਕਿੰਨੇ, ਤਹਿਸੀਲ ਕਮੇਟੀ ਜਿਹੜੀ ਆ ਬਲਾਕ ਲੈਵਲ ਤੇ ਪਿੰਡਾਂ ਤੱਕ ਤੈਅ ਕਰਦੀ ਆ ਵੀ ਤੁਹਾਡੇ ਕਿੰਨੇ ਲੋਕ ਆਉਣੇ ਚਾਹੀਦੇ ਆ। ਸੋ ਇਹ ਬਕਾਇਦਾ ਜਥੇਬੰਦੀ ਨੇ ਇੱਕ ਪੂਰੀ ਲਿਸਟਿੰਗ ਕੀਤੀ ਹੋਈ ਹੈ ਵੀ ਹਾਂ ਇਸ ਜ਼ਿਲ੍ਹੇ 'ਚੋਂ, ਇਸ ਤਹਿਸੀਲ 'ਚੋਂ, ਇਸ ਪਿੰਡ 'ਚੋਂ ਕਿੰਨੇ ਲੋਕ ਆਉਣਗੇ, ਤਾਂ ਜੋ 2000 ਲੋਕ ਹੀ ਆਉਣ ਤੇ ਜਿਹੜੀ ਸਰੀਰਕ ਦੂਰੀ ਦੀ ਪਾਲਣਾ ਕੀਤੀ ਜਾਏ। ਪੰਡਾਲ 20,000 ਦਾ, ਉਸ ਪੰਡਾਲ 'ਚ ਬੈਠੇਗਾ 2000। ਇਹ ਬਕਾਇਦਾ ਇਸ ਨਾਲ ਜਿਹੜੀ ਆ ਸਾਰਾ ਇਕੱਠ ਕੀਤਾ ਗਿਆ। ਸੋ ਉਹਨਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਤੁਸੀਂ ਸਾਡੇ ਤੇ ਗਾਈਡਲਾਈਨ ਕਹਿ ਰਹੇ ਹੋ ਤੇ ਅਸੀਂ ਉਹ ਗਾਈਡਲਾਈਨ ਨੂੰ ਫਾਲੋ ਕਰ ਰਹੇ ਹਾਂ, ਤੁਸੀਂ ਸਗੋਂ ਗਾਈਡਲਾਈਨ ਨਹੀਂ ਫਾਲੋ ਕਰਦੇ। ਸੋ ਇਹ ਇੱਕ ਬਹੁਤ ਵੱਡੀ ਮਿਸਾਲ ਹੈ ਵੀ ਐਜੂਕੇਸ਼ਨ ਦੇ ਵਿੱਚ ਵੀ ਜੇ ਕੁਝ ਗਾਈਡਲਾਈਨਸ ਨੇ ਉਹਨਾਂ ਦੀ ਪਾਲਣਾ ਕਰਦਿਆਂ ਹੋਇਆਂ ਵੀ ਇਸ ਸੰਘਰਸ਼ ਨੂੰ ਚਲਾਇਆ ਜਾ ਰਿਹਾ, ਤੇ ਬਾਕੀ ਸਰਕਾਰਾਂ ਜੋ ਕਰ ਰਹੀਆਂ ਉਹ ਉਹਨਾਂ ਨੇ ਭਾਸ਼ਣ ਕਰਕੇ ਉਹ ਸਾਰੀਆਂ ਗੱਲਾਂ ਉੱਥੇ ਰੱਖੀਆਂ। ਦਸਾਂਝ ਸਾਹਿਬ, ਇੱਕ ਖਬਰ ਰਾਹੁਲ ਗਾਂਧੀ ਦੇ ਹਵਾਲੇ ਨਾਲ ਆ ਰਹੀ ਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਕੇ ਬੁਰਾ ਭਲਾ ਕਿਹਾ ਕਿ ਨੌਟੰਕੀ ਜ਼ਿਆਦਾ ਕਰਦੇ ਨੇ ਔਰ ਕੰਮ ਘੱਟ ਕਰਦੇ ਨੇ। ਜਿਹੜੀ ਦੂਜੀ ਲਹਿਰ ਬਾਰੇ ਜਿਹੜੀ ਆ ਉਹਦੇ 'ਚ ਕਿਹਾ ਕਿ ਮੋਦੀ ਨਿੱਜੀ ਤੌਰ ਤੇ ਜ਼ਿੰਮੇਵਾਰ ਆ। ਜਿਹੜੀ ਕਾਂਗਰਸ ਦੀ ਵੀ ਕਾਰਜਸ਼ੈਲੀ ਆ, ਖਾਲੀ ਜਿਹੜਾ ਟਵੀਟ ਕਰ ਦੇਣ ਨਾਲ ਤੇ ਗੱਲ ਨਹੀਂ ਹੁੰਦੀ। ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਤੇ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਅਸੀਂ ਹੌਲੀ ਹੌਲੀ ਲੋਕਾਂ ਤੋਂ ਕਿਉਂ ਦੂਰ ਹੋਏ ਆ ਔਰ ਅੱਗੇ ਦੀ ਅੱਗੇ ਕਿਉਂ ਅਸੀਂ ਲਗਾਤਾਰ ਇਲੈਕਸ਼ਨਾਂ ਹਾਰ ਰਹੇ ਆ। ਤੇ ਇਹ ਕੋਈ ਐਸਾ ਪ੍ਰੋਗਰਾਮ ਕਿਉਂ ਨਹੀਂ ਦਿੰਦੀਆਂ ਪੋਲੀਟੀਕਲ ਪਾਰਟੀਆਂ ਵੀ ਕਿ ਲੋਕਾਂ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕਣ। ਕੱਲੇ ਕਰੋਨਾ ਦਾ ਡਰ ਹੀ ਚੱਲ ਰਿਹਾ ਇਸ ਵੇਲੇ, ਜਾਂ ਇਹਨਾਂ ਪਾਰਟੀਆਂ ਕੋਲ ਕੋਈ ਏਜੰਡਾ ਰਿਹਾ ਹੀ ਨਹੀਂ? ਨਾਗਰਿਕਤਾ ਇਹ ਆ ਵੀ ਟਵੀਟ ਵੀ ਕੀਤਾ, ਪਰ ਰੈਗੂਲਰ ਉਹ ਟਵੀਟੇ ਕਰਦੇ ਨੇ। ਪ੍ਰਧਾਨ ਮੰਤਰੀ ਵੀ ਬਹੁਤਾ ਵਿਸ਼ਵਾਸ ਟਵੀਟ 'ਚ ਰੱਖਦੇ ਨੇ। ਪ੍ਰਧਾਨ ਮੰਤਰੀ ਨੇ ਵੀ ਕੋਈ ਇਦਾਂ ਦਾ ਕਲਚਰ ਡਿਵੈਲਪ ਨਹੀਂ ਕੀਤਾ ਵੀ ਹਾਂ ਲੋਕਾਂ ਦੇ ਨਾਲ ਰਾਬਤਾ ਰੱਖਣਾ ਆ ਜਾਂ ਲੋਕਾਂ ਦੇ ਸਵਾਲਾਂ ਨੂੰ ਫੇਸ ਕਰਨਾ ਆ। ਸਗੋਂ ਇਸ ਤੋਂ ਪਹਿਲੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜੇ ਆ, ਉਹਨਾਂ ਦਾ ਮੈਂ ਜ਼ਿਕਰ ਕੱਲ੍ਹ ਵੀ ਕਿਤੇ ਕਰ ਰਿਹਾ ਸੀ। ਉਹਨਾਂ ਨੇ ਪਿੱਛੇ ਜਿਹੇ ਇੱਕ ਇੰਟਰਵਿਊ ਦੇ ਵਿੱਚ ਕਿਹਾ, ਡਾਕਟਰ ਮਨਮੋਹਨ ਸਿੰਘ ਨੇ, ਵੀ ਜਿੰਨੇ ਦੇਰ ਮੈਂ ਪ੍ਰਧਾਨ ਮੰਤਰੀ ਰਿਹਾ, ਜਦੋਂ ਸਪੈਸ਼ਲੀ ਉਹਨਾਂ ਨੇ ਵਿਦੇਸ਼ ਯਾਤਰਾਵਾਂ ਦਾ ਜ਼ਿਕਰ ਕੀਤਾ ਵੀ ਜਦੋਂ ਮੈਂ ਵਿਦੇਸ਼ ਯਾਤਰਾ 'ਤੇ ਜਾਣਾ ਹੁੰਦਾ ਸੀ ਸਰਕਾਰ ਵੱਲੋਂ, ਤੇ ਉਸ ਤੋਂ ਪਹਿਲਾਂ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਸੀ, ਪੱਤਰਕਾਰਾਂ ਦੇ ਸਵਾਲ ਲਏ ਜਾਂਦੇ ਸੀ ਵੀ ਅਸੀਂ ਜੇ ਕਿਸੇ ਵਿਦੇਸ਼ ਦੀ ਯਾਤਰਾ 'ਤੇ ਜਾ ਰਹੇ ਹਾਂ ਤਾਂ ਕਿਉਂ ਜਾ ਰਹੇ ਹਾਂ, ਸਾਡਾ ਏਜੰਡਾ ਕੀ ਹੈ। ਫਿਰ ਜਹਾਜ਼ ਦੇ ਵਿੱਚ ਸਪੈਸ਼ਲੀ ਕੁਝ ਜਰਨਲਿਸਟ ਹੁੰਦੇ ਸੀ ਜਿਹੜੇ ਜਹਾਜ਼ 'ਚ ਵੀ ਜਾਂਦੇ ਜਾਂਦੇ ਬਹੁਤ ਸਾਰੇ ਸਵਾਲ ਕਰਦੇ ਸੀ ਤੇ ਮੈਂ ਉਹਨਾਂ ਦੇ ਜਵਾਬ ਦਿੰਦਾ ਸੀ। ਤੇ ਉਸ ਤੋਂ ਬਾਅਦ ਜਦੋਂ ਜੇ ਕਿਸੇ ਵੀ ਮੁਲਕ 'ਚ ਉਤਰਦੇ ਸੀ ਏਅਰਪੋਰਟ 'ਤੇ, ਤੇ ਉੱਥੇ ਪ੍ਰੈਸ ਕਾਨਫਰੰਸ ਦਾ ਇੰਤਜ਼ਾਮ ਹੁੰਦਾ ਸੀ। ਉੱਥੇ ਜਿਹੜਾ ਫੋਰਨ ਮੀਡੀਆ ਜਾਂ ਇੰਟਰਨੈਸ਼ਨਲ ਮੀਡੀਆ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਸੀ। ਜਿਸ ਪ੍ਰਧਾਨ ਮੰਤਰੀ ਨੂੰ ਮੌਨ ਪ੍ਰਧਾਨ ਮੰਤਰੀ ਕਿਹਾ ਗਿਆ, ਡਾਕਟਰ ਮਨਮੋਹਨ ਸਿੰਘ, ਉਹ ਕਦੇ ਵੀ ਝਿਜਕੇ ਨਹੀਂ ਪ੍ਰੈਸ ਦੇ ਸਾਹਮਣੇ ਹੋਣ ਤੋਂ। ਪਰ ਪਿਛਲੇ 7 ਸਾਲਾਂ ਦੇ ਵਿੱਚ ਡਾਇਰੈਕਟਲੀ ਸਿੱਧਾ ਜਿਹੜਾ ਪ੍ਰੈਸ ਨੂੰ ਮੁਖਾਤਬ ਹੋਣਾ ਹੁੰਦਾ ਤੇ ਉਹਨਾਂ ਦੇ ਸਵਾਲ ਲੈ ਕੇ ਉਹਨਾਂ ਦੇ ਜਵਾਬ ਦੇਣੇ ਹੁੰਦੇ, ਉਹ 'ਚ ਪ੍ਰਧਾਨ ਮੰਤਰੀ ਕਿਤੇ ਨਹੀਂ ਦਿਖਾਈ ਦਿੱਤੇ। ਉਹ ਵੀ ਟਵੀਟ ਦੇ ਉੱਤੇ ਹੀ ਗੁਜ਼ਾਰਾ ਕਰਦੇ ਆ, ਤੇ ਟਵੀਟ ਵੀ ਜਦੋਂ ਸੂਟ ਕਰਦਾ ਉਦੋਂ ਹੀ ਕਰਦੇ ਆ। ਪੱਛਮੀ ਬੰਗਾਲ ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜੇ 12-14 ਦਿਨ ਸੀ ਇਲੈਕਸ਼ਨ ਦੇ, ਲਾਸਟ ਆਖਰੀ ਦਿਨ ਤੇ 95 ਟਵੀਟ ਸੀ ਉਹਨਾਂ ਦੇ। ਉਸ ਤੋਂ ਬਾਅਦ ਹਾਰ ਗਏ ਤੇ ਉਸ ਤੋਂ ਬਾਅਦ ਉਹਨਾਂ 12-13 ਦਿਨਾਂ ਦੇ ਵਿੱਚ 55 ਟਵੀਟ ਸੀ। ਯਾਨੀ ਟਵੀਟ ਵੀ ਆਪਣੀ ਮਰਜ਼ੀ ਨਾਲ ਕਰਦੇ ਆ। 400 ਕਿਸਾਨ ਸ਼ਹੀਦ ਹੋ ਗਏ, ਅੱਜ ਤੱਕ ਇੱਕ ਵੀ ਟਵੀਟ ਨਹੀਂ ਹੈ ਕਿਸਾਨਾਂ ਜਿਹੜੇ ਸ਼ਹੀਦ ਹੋਏ ਕਿਸਾਨ ਉਹਨਾਂ ਬਾਰੇ। ਤਾਂ ਮੈਂ ਇਹ ਤਾਂ ਦੱਸ ਰਿਹਾ ਕਿ ਇਹ ਕਲਚਰ ਡਿਵੈਲਪ ਹੋ ਚੁੱਕਾ ਹੈ ਵੀ ਠੀਕ ਹੈ ਜਵਾਬਦੇਹੀ ਨਾ ਕੋਈ ਵੀ ਹੋਵੇ, ਤੇ ਜਵਾਬਦੇਹ ਹੋਣਾ ਵੀ ਨਹੀਂ ਇਹ ਲੋਕ ਚਾਹੁੰਦੇ। ਰਾਹੁਲ ਗਾਂਧੀ ਨੇ ਵੀ ਬਹੁਤਾ ਜਿਹੜਾ ਸਹਾਰਾ ਟਵੀਟਸ ਦਾ ਹੀ ਲਿਆ ਹੈ, ਪਰ ਅੱਜ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਦੇ ਟਵੀਟ ਦੇ ਨਾਲ ਨਾਲ ਉਹਨਾਂ ਨੇ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੁਝ ਤਿੱਖੀਆਂ ਗੱਲਾਂ ਕਹੀਆਂ। ਖਾਸ ਤੌਰ ਤੇ ਉਹਨਾਂ ਨੇ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਤੇ ਹਮਲਾ ਬੋਲਿਆ, ਉਹਦੇ 'ਚ ਉਹਨਾਂ ਨੇ ਇੱਕ ਵਾਕ ਜਿਹੜਾ ਵਰਤਿਆ ਹੈ ਕਿ ਜਿਹੜੀ ਸੈਕੰਡ ਵੇਵ ਹੈ, ਇਸ ਸੈਕੰਡ ਵੇਵ ਦੇ ਜ਼ਿੰਮੇਵਾਰ ਜੇ ਕੋਈ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੌਟੰਕੀ ਹੈ।
ਵੈਸੇ ਤਾਂ ਓਵਰਆਲ ਸਾਡੀ ਪੋਲਿਟਿਕਸ ਇਸ ਵੇਲੇ ਨੌਟੰਕੀ ਦੇ ਵਿੱਚ ਤਬਦੀਲ ਹੋ ਚੁੱਕੀ ਹੈ। ਪਰ ਜਿਹੜਾ ਤੁਸੀਂ ਬੇਸਿਕ ਸਵਾਲ ਉਠਾ ਰਹੇ ਹੋ, ਇਹਨਾਂ ਦਾ ਕਿਸੇ ਵੀ ਕਿਸਮ ਨਾਲ ਲੋਕਾਂ ਨਾਲ ਕੋਈ ਰਿਸ਼ਤਾ ਨਹੀਂ ਹੈ। ਇਹ ਜਦੋਂ ਅਸੀਂ ਕਾਂਗਰਸ ਹਾਈਕਮਾਨ ਦਾ ਵੀ ਜ਼ਿਕਰ ਕਰਦੇ ਹਾਂ, ਜੇ ਸਟੇਟਸ ਦੇ ਵਿੱਚ ਵੀ ਕੋਈ ਟਰਬਲ ਆਉਂਦੀਆਂ ਇਹਨਾਂ ਦੀ ਆਰਗੇਨਾਈਜੇਸ਼ਨਸ ਦੇ ਵਿੱਚ ਵੀ, ਉਦੋਂ ਵੀ ਫਿਜ਼ੀਕਲੀ ਉਹਨੂੰ ਹੱਲ ਕਰਨ ਦੀ ਥਾਂ ਦੇ ਉੱਤੇ ਬਸ ਉਹ ਮਾੜੀ ਮੋਟੀ ਟੀਮ ਟੂਮ ਬਣਾ ਦਿੰਦੇ ਆ ਤੇ ਆਪ ਬੈਠੇ ਜਿਹੜੇ ਆ ਉਹ ਜੋ ਕਿਸਮ ਦਾ ਇੱਕ ਰਵਾਇਤੀ ਕਿਸਮ ਦਾ ਇੱਕ ਕੰਮ ਕਰਨ ਦਾ ਤਰੀਕਾ ਹੈ, ਸ਼ਾਹਾਨਾ ਅੰਦਾਜ਼ ਹੈ ਪਰਿਵਾਰਕ, ਉਹਨੂੰ ਵੀ ਬਸ ਨਿਭਾਉਂਦੇ ਆ। ਤੇ ਕੋਈ ਜੇ ਸੱਚਮੁੱਚ ਹੀ ਕੋਈ ਸਹੀ ਤਰੀਕੇ ਨਾਲ ਲੋਕਾਂ 'ਚ ਜਾ ਕੇ, ਲੋਕਾਂ 'ਚ ਤਾਂ ਕੀ ਜਿਹੜਾ ਆਪਣੀ ਹੀ ਜਿਹੜੀ ਸਟੇਟ ਲੀਡਰਸ਼ਿਪ ਹੈ ਉਹਨਾਂ ਨਾਲ ਫੇਸ ਟੂ ਫੇਸ ਨਹੀਂ ਇਹ ਲੋਕ ਹੁੰਦੇ, ਤਾਂ ਜੀ ਫਿਰ ਲਾਜ਼ਮੀ ਹੈ ਉਸੇ ਤਰ੍ਹਾਂ ਦੇ ਸਿੱਟੇ ਸਾਡੇ ਸਾਹਮਣੇ ਆਉਣਗੇ। ਇਹਨਾਂ ਤੋਂ ਕੋਈ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਵੀ ਇਹ ਲੋਕਾਂ ਦੀ ਬਾਂਹ ਫੜਨ ਵਾਲੀ ਰਾਜਨੀਤੀ ਕਰਨਗੇ। ਦਸਾਂਝ ਸਾਹਿਬ, ਜਿਹੜੀ ਕਾਂਗਰਸੀਆਂ ਦੀ ਖਾਨਾ ਜੰਗੀ ਚੱਲ ਰਹੀ, ਵੈਸੇ ਤਾਂ ਉਹ ਖਬਰ ਆਪਾਂ ਜਿੱਦਾਂ ਕਹਿ ਹੀ ਰਹੇ ਹਾਂ ਕਿ ਉਹ ਕਰਨ ਦਾ ਕੋਈ ਜ਼ਿਆਦਾ ਲਾਭ ਨਹੀਂ ਆ, ਕਿਉਂਕਿ ਲੋਕਾਂ ਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦੀ ਇਹ ਕੁਰਸੀ ਯੁੱਧ ਆ, ਉਹਨੂੰ ਨਿਪਟਾਉਣ ਲਈ ਹੁਣ ਸੋਨੀਆ ਗਾਂਧੀ ਨੇ ਮਲਕਰਜਨ ਜਿਹੜੇ ਹੈਗੇ ਨੇ ਉਹਨਾਂ ਦੇ ਮੇਰੇ ਖਿਆਲ ਤਾਮਿਲਨਾਡੂ ਤੋਂ ਇੱਕ ਲੀਡਰ ਵੱਡੇ, ਜਿਨ੍ਹਾਂ ਨੂੰ ਪਹਿਲਾਂ ਉਹਨਾਂ ਨੇ ਵਿਰੋਧੀ ਪਾਰਟੀ ਦੇ ਲੀਡਰ ਦੇ ਤੌਰ ਤੇ ਵੀ ਰੱਖਿਆ ਹੋਇਆ ਸੀਗਾ, ਖੜਗੇ ਹਰੀ, ਉਹਨਾਂ ਨੂੰ ਚੇਅਰਮੈਨ ਬਣਾ ਕੇ 3 ਮੈਂਬਰੀ ਕਮੇਟੀ ਬਣਾਈ ਆ, ਜਿਹਦੇ ਵਿੱਚ ਇੱਕ ਤੇ ਉਹ ਪੰਜਾਬ ਮਾਮਲਿਆਂ ਦੇ ਜਿਹੜੇ ਇੰਚਾਰਜ ਨੇ ਹਰੀਸ਼ ਰਾਵਤ ਹਰੀ, ਤੇ ਦੂਸਰੇ ਜੇਪੀ ਅਗਰਵਾਲ, ਉਹਨਾਂ ਨੂੰ ਸੌਂਪਿਆ ਗਿਆ ਇਹ ਕੰਮ ਕਿ ਕਾਂਗਰਸੀਆਂ ਦੀ ਜਿਹੜੀ ਆ ਇਹਨਾਂ ਦਾ ਸਮਝੌਤਾ ਕਰਾਇਆ ਜਾਵੇ ਆਪਸ 'ਚ, ਤੇ ਇਹਨਾਂ ਦਾ ਜਿਹੜਾ ਯੁੱਧ ਚੱਲ ਰਿਹਾ ਉਹ ਬੰਦ ਕਰਾਇਆ ਜਾਵੇ। ਤੇ ਨਾਲ ਦੀ ਨਾਲ ਦੂਲੋ ਸਾਹਿਬ ਦਾ ਬਿਆਨ ਆ ਰਿਹਾ ਕਿ ਕਾਂਗਰਸ ਜਿਹੜੀ ਆ ਉਹ ਦਲਿਤ ਮੁੱਖ ਮੰਤਰੀ ਦਾ ਐਲਾਨ ਕਰੇ। ਯਾਨੀ ਕਿ ਇਹ ਇਹਨਾਂ ਦਾ ਜਿਹੜਾ ਚੱਲ ਰਿਹਾ ਪਿਛਲੇ ਦਿਨਾਂ ਦਾ ਯੁੱਧ, ਉਹ ਅਜੇ ਮੈਨੂੰ ਲੱਗਦਾ ਨਹੀਂ ਕਿ ਕਾਂਗਰਸ ਦੇ ਜਿਹੜੀ ਹਾਈ ਕਮਾਂਡ ਹੈ, ਜਿਹਦਾ ਕੋਈ ਬਹੁਤਾ ਅਸਰ ਨਹੀਂ ਆ ਪੰਜਾਬ ਦੇ ਵਿੱਚ, ਉਹਦੇ ਦਖਲ ਨਾਲ ਕੋਈ ਇਹ ਹੱਲ ਹੋ ਸਕੇਗਾ। ਇਹ ਖਬਰ ਕਿਸ ਤਰ੍ਹਾਂ ਦੀ ਹੈ? ਪਰ ਮੈਨੂੰ ਲੱਗਦਾ ਹੈ ਕਿ ਜਿੱਦਾਂ ਪ੍ਰਗਟ ਸਿੰਘ ਦਾ ਲਗਾਤਾਰ ਬਿਆਨ ਆ ਰਹੇ ਸੀ, ਚੰਨੀ ਸਿੱਧੂ, ਉਹ ਕੁਝ ਠੰਡਾ ਪਿਆ ਲੱਗਦਾ ਮਾਮਲਾ ਜੀ। ਦੇਖੋ, ਕੁਝ ਤਾਂ ਹੈ ਜਿਹੜਾ ਹਾਈਕਮਾਨ ਦਾ ਥੋੜਾ ਬਹੁਤ ਦਖਲ ਹੈ, ਉਹਦੇ 'ਚ ਖਾਸ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਦਾ ਸਟੈਪ ਡਾਊਨ ਕਰ ਜਾਣਾ, ਜਿਹੜੇ ਖੋਲ੍ਹੇ ਜਾ ਰਹੇ ਸੀ ਕੇਸ ਵਿਜੀਲੈਂਸ ਦੇ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੱਧੂ ਦੇ ਖਿਲਾਫ, ਚਰਨਜੀਤ ਚੰਨੀ ਦੇ ਖਿਲਾਫ, ਮੀ2 ਦਾ ਇਸ਼ੂ ਜਿਹੜਾ ਇੱਕ ਵਾਰ ਫੇਰ ਤੋਂ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ। ਕੁਝ ਕਹਿ ਲਓ ਵੀ ਜਿਹੜੇ ਕੁਝ ਹੋਰ ਮੰਤਰੀ ਸੀਗੇ, ਸੁਖਜਿੰਦਰ ਸਿੰਘ ਰੰਧਾਵਾ ਵਗੈਰਾ, ਉਹਨਾਂ ਦੇ ਖਿਲਾਫ ਵੀ ਕੁਝ ਚੀਜ਼ਾਂ ਖੋਲ੍ਹਣ ਦੀਆਂ ਗੱਲਾਂ ਹੋ ਰਹੀਆਂ ਸੀ, ਉਹ ਸਾਰਾ ਵਾਈਂਡ ਅਪ ਕਰ ਦਿੱਤਾ ਗਿਆ। ਉਹਦੇ 'ਚ ਮੈਨੂੰ ਲੱਗਦਾ ਪ੍ਰਿੰਕਾ ਗਾਂਧੀ ਦਾ ਜਿਹੜਾ ਕੈਪਟਨ ਅਮਰਿੰਦਰ ਨੂੰ ਫੋਨ ਆਇਆ, ਤੇ ਦੂਜੀ ਗੱਲ ਇੱਕ ਰਣਨੀਤਕ ਕਿਤੇ ਨਾ ਕਿਤੇ ਕੋਈ ਯੋਜਨਾ ਵੀ ਹੋ ਸਕਦੀ ਹੈ ਕੈਪਟਨ ਅਮਰਿੰਦਰ ਦੀ, ਵੀ ਇੱਕ ਕਦਮ ਪਿੱਛੇ ਜਾਓ 2 ਕਦਮ ਅੱਗੇ ਜਾਓ। ਤੇ ਦੂਜਾ ਇਹ ਜਚਾਉਣਾ ਵੀ ਹੋ ਸਕਦਾ ਲੀਡਰਸ਼ਿਪ ਨੂੰ, ਵੀ ਹਾਈਕਮਾਨ ਨੂੰ ਸਪੈਸ਼ਲੀ, ਵੀ ਦੇਖੋ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਜਾਂ ਕੁਝ ਲੋਕ ਜਿਹੜੇ ਹੈ ਪਿਛਲੇ 2 ਸਾਲ ਤੋਂ ਇਸ ਸਾਲ 'ਚ ਬੜੀ ਤੇਜ਼ੀ ਨਾਲ, ਬਾਕੀ ਲੋਕ ਵੀ, ਪਰ ਨਵਜੋਤ ਸਿੰਘ ਸਿੱਧੂ ਤਾਂ ਪਿਛਲੇ 2-2.5 ਸਾਲ ਤੋਂ ਲਗਾਤਾਰ ਆਪਣੀ ਸਰਕਾਰ ਦੀ ਨੁਕਤਾਚੀਨੀ ਕਰ ਰਹੇ ਹੈ। ਤੇ ਅਸੀਂ ਵਾਰ-ਵਾਰ ਤੁਹਾਡੇ ਕੋਲ ਗੱਲ ਪਹੁੰਚਾਈ ਹੈ ਕਿ ਅਨੁਸ਼ਾਸਨ ਜਿਹੜਾ ਪਾਰਟੀ ਦਾ ਭੰਗ ਹੋ ਰਿਹਾ ਹੈ, ਪਰ ਉਹਦੇ ਬਾਵਜੂਦ ਰੁਕ ਨਹੀਂ ਰਹੇ। ਤੇ ਜੇ ਮੈਂ ਅੱਕ ਕੇ ਕਹਿ ਦਿੱਤਾ ਵੀ ਹੁਣ ਨਵਜੋਤ ਸਿੰਘ ਸਿੱਧੂ ਦੇ ਦਰਵਾਜ਼ੇ ਸਦਾ ਲਈ ਬੰਦ ਹੈ ਸਾਡੇ, ਤਾਂ ਤੁਸੀਂ ਮੈਨੂੰ ਰੋਕ ਰਹੇ ਹੋ, ਤੇ ਮੈਂ ਰੁਕ ਗਿਆ ਤੁਹਾਡੇ ਕਹਿਣ ਤੇ। ਮੈਂ ਜਿਹੜੇ ਕੇਸ ਕੁਸ ਖੋਲ੍ਹੇ ਸੀ ਮੈਂ ਉਹ ਵਾਈਂਡ ਅਪ ਕਰਤੇ ਆ, ਠੰਡੇ ਬਸਤੇ 'ਚ ਪਾਤੇ ਆ, ਇਹ ਨਹੀਂ ਰੁਕ ਰਹੇ। ਤੇ ਮੈਨੂੰ ਲੱਗਦਾ ਕਿ ਸ਼ਾਇਦ ਹਾਈਕਮਾਨ ਵੱਲੋਂ ਉਹਨਾਂ ਨੂੰ ਵੀ ਕਿਹਾ ਗਿਆ ਕਿ ਰੁਕੋ ਤੁਸੀਂ ਥੋੜ੍ਹਾ ਬਹੁਤ, ਇਸ ਕਰਕੇ ਅੱਗੇ ਨਾਲੋਂ ਟਵੀਟ ਵਗੈਰਾ ਜਾਂ ਬਹੁਤ ਓਪਨਲੀ ਜਿਹੜੀਆਂ ਗੱਲਾਂ ਕਰ ਰਹੇ ਸੀ ਪ੍ਰਗਟ ਸਿੰਘ ਹੋਰੀ ਜਾਂ ਖੁਦ ਨਵਜੋਤ ਸਿੱਧੂ, ਉਹਦੇ 'ਚ ਕਮੀ ਆਈ ਹੈ। ਤੇ ਦੂਜੀ ਗੱਲ, ਜਿਹੜਾ ਨਵਾਂ ਚੀਜ਼ਾਂ ਜਿਹੜੀਆਂ ਆ ਰਹੀਆਂ ਉਹਦੇ 'ਚ ਖੜਗੇ ਸਾਹਿਬ ਨੇ ਜਾਂ ਕੁਝ 2 ਲੋਕ ਹੋਰ ਨੇ, ਜੇਪੀ ਅਗਰਵਾਲ ਹੈ ਜਾਂ ਹਰੀਸ਼ ਰਾਵਤ ਤਾਂ ਚਲੋ ਪਹਿਲੇ ਇੰਚਾਰਜ ਨੇ, ਉਹਨਾਂ ਵੱਲੋਂ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ 1-to-1 ਮੀਟਿੰਗ ਹੋ ਸਕਦੀ ਹੈ। ਤੇ ਕੈਪਟਨ ਅਮਰਿੰਦਰ ਜਿਹੜੇ ਆ ਉਹ ਸਾਰੇ ਕੁਝ ਦੇ ਬਾਵਜੂਦ, ਜਿੱਦਾਂ ਮੈਂ ਅੱਗੇ ਵੀ ਕਹਿੰਦਾ ਕਿ 4 ਸਾਲ ਦੇ ਵਿੱਚ ਕੁਝ ਵੀ ਇੱਦਾਂ ਦਾ ਨਹੀਂ ਕੀਤਾ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਜਾਂ ਖੁਦ ਕੈਪਟਨ ਅਮਰਿੰਦਰ ਨੇ, ਜਿਹਦੇ ਕਰਕੇ ਉਹਨਾਂ ਨੂੰ 10 ਦੇ ਵਿੱਚੋਂ 1 ਨੰਬਰ ਵੀ ਦਿੱਤਾ ਜਾ ਸਕੇ। ਪਰ ਉਹਦੇ ਬਾਵਜੂਦ ਕਾਂਗਰਸ ਪਾਰਟੀ ਦੇ ਅੰਦਰ ਵੀ ਹਾਲੇ ਵੀ ਧੜੇ ਦੇ ਤੌਰ ਤੇ ਉਹੀ ਮਜ਼ਬੂਤ ਨੇ। ਦੂਜਾ ਇਹ ਹੈ ਕਿ ਜਦੋਂ ਅਸੀਂ ਵਿਰੋਧੀ ਪਾਰਟੀਆਂ ਦਾ ਹਾਲ ਦੇਖਦੇ ਹਾਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਪ੍ਰਮੁੱਖ ਤੌਰ ਦੇ ਉੱਤੇ 2 ਹੀ ਵਿਰੋਧੀ ਪਾਰਟੀਆਂ ਦੇ ਰੂਪ 'ਚ ਅਸੀਂ ਇਹਨਾਂ ਨੂੰ ਤਸੱਵਰ ਕਰ ਸਕਦੇ ਹਾਂ, ਉਹਨਾਂ ਦੀ ਹਾਲਤ ਇੰਨੀ ਮਾੜੀ ਹੈ ਵੀ ਕੁਝ ਨਾ ਕਰਨ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੂੰ ਕੋਈ ਵੱਡਾ ਚੈਲੰਜ ਨਹੀਂ ਹੈ।
ਸਗੋਂ ਮੇਰਾ ਮੰਨਣਾ ਇਹ ਵੀ ਹੈ, ਜੇ ਇਹ ਪਾਰਟੀ ਟੁੱਟ ਜਾਂਦੀ ਹੈ, ਜਦਕਿ ਹਾਲ ਫਿਲਹਾਲ ਟੁੱਟਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ, ਜੇ ਟੁੱਟ ਵੀ ਜਾਂਦੀ ਹੈ, ਇੱਕ ਛੋਟਾ ਧੜਾ ਨਿਕਲ ਵੀ ਜਾਂਦਾ, ਉਹ 'ਚੋਂ 5-4 ਐਮਐਲਏ ਨਿਕਲ ਕੇ ਕੋਈ ਵੱਖਰੀ ਧਿਰ ਵੀ ਬਣਾ ਲੈਂਦੇ ਆ, ਵੱਖਰੀ ਪਾਰਟੀ ਵੀ ਬਣਾ ਲੈਂਦੇ ਆ, ਤਾਂ ਉਹ ਜਿਹੜੀ ਐਂਟੀ ਇਨਕੰਬੈਂਸੀ ਵੋਟ ਹੈ, ਉਹੀ ਵੋਟ ਜਿਹੜੀ ਹੈ, ਜਿਹੜੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨੂੰ ਪੈਣੀ ਸੀ ਇਸ ਸਰਕਾਰ ਦੇ ਖਿਲਾਫ, ਕੈਪਟਨ ਅਮਰਿੰਦਰ ਦੇ ਖਿਲਾਫ, ਉਹ ਵੋਟ ਉਸ ਧੜੇ ਨੇ ਲੈ ਜਾਣੀ ਹੈ ਤੇ ਬੜੀ ਆਸਾਨੀ ਦੇ ਨਾਲ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਕਾਂਗਰਸ ਨੇ ਫੇਰ ਜਿੱਤ ਜਾਣਾ ਹੈ। ਸਾਡੇ ਕੋਲ ਇੱਕ ਤਜਰਬਾ ਹੈ, ਮਤਲਬ ਮਨਪ੍ਰੀਤ ਬਾਦਲ ਵਾਲਾ। ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣਾ ਦਲ ਬਣਾਉਂਦੇ ਆ, ਪੀਪਲਸ ਪਾਰਟੀ ਬਣਾਉਂਦੇ ਆ, 6.25% ਵੋਟ ਹਾਸਲ ਕਰਦੇ ਆ। ਫਾਇਦਾ ਕਿਹਨੂੰ ਹੁੰਦਾ ਹੈ? ਆਪਣੇ ਤਾਇਆ ਜੀ ਦੀ ਸਰਕਾਰ ਫੇਰ ਤੋਂ ਬਣਾਉਣ 'ਚੋਂ ਸਫਲ ਹੋ ਜਾਂਦੀ। ਯਾਨੀ ਦੂਜੀ ਵਾਰ ਜਿਹੜੇ ਰਿਪੀਟ ਹੋਈ ਆ ਬਾਦਲ ਸਾਹਿਬ ਦੀ ਸਰਕਾਰ, ਉਹਦਾ ਸਭ ਤੋਂ ਵੱਡਾ ਫੈਕਟਰ ਮਨਪ੍ਰੀਤ ਬਾਦਲ ਰਿਹਾ। ਤੇ ਇਹ ਗੱਲਾਂ ਜਿਹੜੀਆਂ ਸਮਝ ਆਉਂਦੀਆਂ ਸਾਰਿਆਂ ਨੂੰ। ਸੋ ਮੈਨੂੰ ਨਹੀਂ ਲੱਗਦਾ ਕੋਈ ਇੱਦਾਂ ਦੀ ਗਲਤੀ ਕਾਂਗਰਸ ਪਾਰਟੀ ਦੀ ਜਿਹੜੀ ਬਗਾਵਤੀ ਲੀਡਰਸ਼ਿਪ ਦਿਖਾਈ ਦੇ ਰਹੀ ਉਹ ਕਰੇਗੀ, ਕਿਉਂਕਿ ਫਿਰ ਕੁਝ ਵੀ ਨਹੀਂ ਲੱਭਣਾ। ਹੁਣ ਇੱਦਾਂ ਦਾ ਬਗਾਵਤੀ ਤੇਵਰ ਦਿਖਾ ਕੇ ਆਪਣੇ ਆਪਣੇ ਹਲਕੇ 'ਚ ਆਪੋ ਆਪਣੀ ਸੀਟ ਵੀ ਪੱਕੀ ਕੀਤੀ ਜਾ ਸਕਦੀ ਹੈ, ਆਪੋ ਆਪਣੇ 2-4 ਬੰਦਿਆਂ ਨੂੰ ਟਿਕਟਾਂ ਵੀ ਦਵਾਈਆਂ ਜਾ ਸਕਦੀਆਂ। ਇਹ ਖੇਡ ਇੰਨੀ ਕੀ ਹੈ, ਹੋਰ ਕੋਈ ਨਹੀਂ। ਬਿਲਕੁਲ ਦਸਾਂਝ ਸਾਹਿਬ, ਇੱਕ ਭਾਰਤ ਦੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਖਬਰ ਆ ਰਹੀ ਆ ਕਿ ਉਹ ਅਮਰੀਕਾ ਦੇ ਵਿੱਚ ਜਿਹੜੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਆ ਤੇ ਅਫਗਾਨਿਸਤਾਨ ਦਾ ਜਿਹੜਾ ਮਸਲਾ ਆਪਾਂ ਕੱਲ ਪਰਸੋਂ ਵੀ ਗੱਲ ਕਰ ਰਹੇ ਸੀਗੇ, ਉਹ ਵਿਚਾਰ ਰਹੇ ਨੇ ਉਹਨਾਂ ਨਾਲ। ਪਰ ਪਹਿਲਾਂ ਖਬਰ ਇਹ ਆ ਰਹੀ ਸੀ ਕਿ ਉਹਨਾਂ ਨੂੰ ਭੇਜਿਆ ਗਿਆ ਹੈ ਸਪੈਸ਼ਲ ਤੌਰ ਤੇ ਕਿ ਜਿਹੜੀ ਐਸਟਰਾਜੈਨਕਾ ਸਰਪਲਸ ਦਵਾਈ ਪਈ ਹੋਈ ਆ ਅਮਰੀਕਾ ਦੇ ਵਿੱਚ, ਬਹੁਤ ਤਾਦਾਦ 'ਚ, ਤੁਹਾਨੂੰ ਪਤਾ ਕਿ ਅਮਰੀਕਾ ਕੈਨੇਡਾ ਨੇ ਉਹ ਦਵਾਈਆਂ ਖਰੀਦੀਆਂ ਹੋਈਆਂ ਨੇ, ਹੁਣ ਭਾਰਤ ਉਹ ਦਵਾਈਆਂ ਇਕੱਠੀਆਂ ਕਰ ਰਿਹਾ ਆ ਔਰ ਆਪੇ ਹੀ ਭੇਜ ਕੇ ਆਪੇ ਹੀ ਉਹਨਾਂ ਕੋਲ ਵਾਪਸ ਹੁਣ ਜਿਹੜੀ ਆ ਉਹ ਦਵਾਈ ਲੈਣ ਦੀ ਕੋਸ਼ਿਸ਼ 'ਚ ਆ ਲਗਾਤਾਰ। ਇਹ ਖਬਰ ਤੁਹਾਡੀ ਨਜ਼ਰ 'ਚ ਆਈ ਹੈ ਜੀ? ਦੇਖੋ, ਮੈਂ ਤਾਂ ਇਹ ਸਮਝਦਾ ਹਾਂ ਕਿ ਉਧਰ ਭਾਰਤ ਦੇ ਹੈਲਥ ਮਿਨਿਸਟਰ ਵੀ ਗਏ ਹੋਏ ਨੇ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਵੱਧ ਤੋਂ ਵੱਧ ਵੈਕਸੀਨ ਜਾਂ ਦਵਾਈ ਜਿਹੜੀ ਹੈ, ਜਿਹਦੀ ਜ਼ਰੂਰਤ ਹੈ ਭਾਰਤ ਨੂੰ, ਉਹਦਾ ਪ੍ਰਬੰਧ ਕੀਤਾ ਜਾ ਸਕੇ। ਚੰਗੀ ਗੱਲ ਹੈ, ਕੋਸ਼ਿਸ਼ ਠੀਕ ਹੈ, ਪਰ ਮਸਲਾ ਇਹ ਹੈ ਕਿ ਜਿਹੜੀ ਮੁਕਤਪਰਾਈ ਕੀਤੀ ਜਾ ਰਹੀ ਹੈ ਭਾਰਤ ਦੇ ਵਿੱਚ ਰਾਮਦੇਵ ਦੀ, ਉਹਨੂੰ ਸੀਰੀਅਸ ਲਿਆ ਜਾਏ। ਰਾਮਦੇਵ ਨੇ ਕਹਿ ਦਿੱਤਾ ਕਿ ਜਿੰਨੇ ਵੀ ਲੋਕ ਠੀਕ ਹੋਏ ਨੇ 90% ਉਹ ਮੇਰੇ ਕਰਕੇ ਠੀਕ ਹੋਏ ਆ, ਡਾਕਟਰਾਂ ਕਰਕੇ ਜਾਂ ਜਿਹੜੀਆਂ ਮੈਡੀਸਿਨ ਦਾ ਅਸੀਂ ਜ਼ਿਕਰ ਕਰ ਰਹੇ ਉਹਦੇ ਕਰਕੇ ਜਿਹੜੇ ਟੋਟਲ ਠੀਕ ਹੋ ਸਿਰਫ 10% ਹੈ। ਫਿਰ ਜੇ ਕੋਰੋਲਿਨ ਦੇ ਨਾਲ ਜਾਂ ਰਾਮਦੇਵ ਦੀ ਦਵਾਈ ਦੇ ਨਾਲ ਜਾਂ ਉਹਦੇ ਯੋਗਾ ਦੇ ਨਾਲ 90% ਲੋਕ ਠੀਕ ਹੋ ਰਹੇ ਆ, ਤਾਂ ਫਿਰ ਅਮਰੀਕਾ ਦੇ ਜਾਂ ਬਾਕੀ ਮੁਲਕਾਂ ਦੇ ਜਾਂ ਉਹਨਾਂ ਕੰਪਨੀਆਂ ਦੇ ਤਰਲੇ ਕੱਢਣ ਦੀ ਕੀ ਜ਼ਰੂਰਤ ਹੈ? ਜੇ ਤੁਸੀਂ ਪੁਸ਼ਤਪਨਾਹੀ ਕਰ ਰਹੇ ਹੋ ਰਾਮਦੇਵ ਦੀ, ਤਾਂ ਫਿਰ ਰਾਮਦੇਵ ਦੀ ਗੱਲ ਮੰਨ ਲਓ। ਫਿਰ ਕੱਲ੍ਹ ਉੱਥੇ ਜਾ ਰਹੇ ਉਹਨੂੰ ਨਾਲ ਦੀ ਨਾਲ ਵਾਪਸ ਆਉਣਾ ਚਾਹੀਦਾ। ਸੋ ਇਹ ਜਿਹੜਾ ਤਮਾਸ਼ਾ ਜਿਹਾ ਹੋ ਰਿਹਾ ਹੈ, ਪਹਿਲਾਂ ਤੁਸੀਂ ਦਾਅਵਾ ਕਰ ਦਿੰਦੇ ਹੋ ਵੀ ਅਸੀਂ ਜੀ ਬੜੇ ਮਹਾਨ ਹੈ, ਅਸੀਂ ਤਾਂ ਜੀ ਜੰਗ ਜਿੱਤ ਲਈ ਹੈ ਕਰੋਨਾ ਦੀ, ਤੇ ਫਿਰ ਮੁੜ ਕੇ ਜਿਹੜੀ 6.5 ਕਰੋੜ ਡੋਜ਼ ਜਿਹੜੀ ਆ ਤੁਸੀਂ ਵਿਦੇਸ਼ਾਂ ਨੂੰ ਭੇਜ ਦਿੰਦੇ ਹੋ। ਅੱਜ ਹਾਲਤ ਇਹ ਹੈ ਵੀ ਹਰ ਸੂਬੇ ਤੋਂ ਇਹ ਖਬਰ ਆ ਰਹੀ ਹੈ, ਹਰੇਕ ਸੂਬੇ ਦੇ ਕੋਲ ਇੱਕ ਦਿਨ ਦਾ ਸਟਾਕ ਰਹਿ ਗਿਆ ਵੈਕਸੀਨ ਦਾ। ਫਿਰ ਸੂਬਿਆਂ ਦੇ ਉੱਤੇ ਸਿੱਟ ਦਿੱਤਾ ਗਿਆ ਸਾਰਾ ਕੁਝ, ਆਪੇ ਤੁਸੀਂ ਪ੍ਰਬੰਧ ਕਰ ਲਓ। ਆਪ ਪ੍ਰਬੰਧ ਮਾੜਾ ਮੋਟਾ ਕੀਤਾ ਵੀ ਆ ਸੂਬਿਆਂ ਨੇ, ਇਸੇ ਕਰਕੇ ਪੰਜਾਬ ਵਾਲਿਆਂ ਨੇ, ਛੱਤੀਸਗੜ੍ਹ ਵਾਲਿਆਂ ਨੇ ਤੇ ਝਾਰਖੰਡ ਵਾਲਿਆਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਵੀ ਲਾਤੀ ਆ, ਜਿਹੜੇ ਸਰਟੀਫਿਕੇਟ ਜਾਰੀ ਹੁੰਦੇ ਆ ਕੋਵਿਡ ਜਿਨ੍ਹਾਂ ਨੇ ਇੰਜੈਕਸ਼ਨ ਲਵਾ ਲਿਆ, ਵੀ ਅਸੀਂ ਆਪ ਹੀ ਜੇ ਪ੍ਰਬੰਧ ਕਰਨਾ ਤੇ ਤੇਰੀ ਫੋਟੋ ਵੀ ਕਿਉਂ ਲਾਈਏ। ਤੇ ਫਿਰ ਕੁਝ ਸੂਬਿਆਂ ਨੂੰ ਜਦੋਂ ਟੈਂਡਰ ਉਹਨਾਂ ਨੇ ਜਾਰੀ ਕੀਤੇ ਆ ਤੇ ਜਿਹੜੀਆਂ ਕੰਪਨੀਆਂ ਉਹਨਾਂ ਨੇ ਨਾ ਕਰਤੀ ਵੀ ਸਾਡੇ ਕੋਲ ਹੈ ਹੀ ਨਹੀਂ, ਪਰ ਜੇ ਅਸੀਂ ਕਰਾਂਗੇ ਵੀ ਤੁਹਾਡੇ ਨਾਲ ਸੌਦਾ ਤਾਂ ਅਸੀਂ ਸਿੱਧਾ ਸੈਂਟਰ ਗਵਰਨਮੈਂਟ ਨਾਲ ਕਰਾਂਗੇ, ਤੁਹਾਡਾ ਕਰਦੇ ਨਹੀਂ। ਸੋ ਬੜੀ ਟਫ ਜੀ ਸਿਚੁਏਸ਼ਨ 'ਚ ਸਾਰੀਆਂ ਚੀਜ਼ਾਂ ਨੇ। ਮਤਲਬ ਇਹਦੇ 'ਚੋਂ ਭਾਰਤ ਦੀ ਜਿਹੜੀ ਲੱਚਰ ਕਿਸਮ ਦੀ ਵਿਵਸਥਾ ਆ, ਜਾਂ ਵਿਵਸਥਾ ਨੂੰ ਬਹੁਤ ਲੱਚਰ ਤਰੀਕੇ ਨਾਲ ਜਿਹੜਾ ਚਲਾਇਆ ਜਾ ਰਿਹਾ, ਉਹਦੇ ਜਿਹੜੇ ਪ੍ਰਮਾਣ ਤੇ ਉਹਦੀਆਂ ਤਸਵੀਰਾਂ ਦਿਖਾਈ ਦੇ ਰਹੀ। ਦਸਾਂਝ ਸਾਹਿਬ, ਬਿਜਲੀ ਦੇ ਕੁਝ ਰੇਟ ਘਟਾਏ ਨੇ, ਮੈਂ ਸ਼ੁਰੂਆਤ 'ਚ ਜ਼ਿਕਰ ਕੀਤਾ ਸੀ, ਉੱਤੇ ਆਪਾਂ ਗੱਲ ਨਹੀਂ ਵੈਸੇ ਕਰ ਸਕੇ। ਪੰਜਾਬ ਸਰਕਾਰ ਨੇ ਕੋਈ 50 ਪੈਸੇ ਤੋਂ 1 ਰੁਪਈਆ ਪਰ ਯੂਨਿਟ ਬਿਜਲੀ ਦਾ ਰੇਟ ਘੱਟ ਕੀਤਾ ਆ ਜਿਹੜੇ ਘਰੇਲੂ ਖਪਤਕਾਰ ਨੇ ਉਹਨਾਂ ਵਾਸਤੇ। ਤੇ ਦੂਜੇ ਪਾਸੇ ਖਬਰ ਇਹ ਵੀ ਆ ਰਹੀ ਆ ਕਿ ਭਾਖੜਾ ਡੈਮ 'ਚ ਪਾਣੀ ਦਾ ਸਤਰ ਜਿਹੜਾ ਵਾ ਉਹ ਬਹੁਤ ਘਟ ਗਿਆ, ਔਰ ਜਿੰਨਾ ਲੋੜੀਂਦਾ ਪਾਣੀ ਆ ਉਹਦਾ ਸਿਰਫ 8%, ਉੱਥੇ 8% ਬਾਕੀ ਆ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਕੁਝ ਟਰਬਾਈਨਾਂ ਯੂਨਿਟ ਬੰਦ ਵੀ ਕਰਨੇ ਪੈ ਜਾਣ ਜੇ ਬਾਰਿਸ਼ ਕੋਈ ਨਹੀਂ ਹੁੰਦੀ ਨੇੜੇ ਭਵਿੱਖ ਵਿੱਚ। ਤੇ ਉਧਰੋਂ ਝੋਨੇ ਦੀ ਅਜੇ ਲੋਕਾਂ ਦੇ ਵਿੱਚੋਂ ਹੌਲੀ ਹੌਲੀ ਸਮਾਂ ਲੱਗੇਗਾ
ਮਨ ਬਦਲਦਿਆਂ ਕਿ ਝੋਨੇ ਦੀ ਬਿਜਾਈ ਕਰਨੀ ਆ ਕਿ ਨਹੀਂ ਕਰਨੀ, ਕੀ ਸਰਕਾਰਾਂ ਕੀ ਹੈ ਤੇ ਅਗਲੇ ਪਾਸੇ ਖਰੀਦਦੀਆਂ ਜਾਂ ਨਹੀਂ ਖਰੀਦਦੀਆਂ। ਅਜੇ ਪੰਜਾਬ ਦਾ ਕਿਸਾਨ ਵੀ ਬੜੀ ਦੁਬਿਧਾ ਵਿੱਚ ਹੈ। ਮੈਨੂੰ ਲੱਗਦਾ ਹੈ ਕਿ 1-2 ਸਾਲ ਅਜੇ ਲੱਗਣਗੇ ਲੋਕਾਂ ਦੇ ਮੋੜਾ ਕੱਟਣ ਤੋਂ, ਝੋਨਾ ਲਾਉਣ ਵਾਲੇ ਪਾਸਿਓਂ ਰੋਕਣ ਤੋਂ। ਪਰ ਉਹਦੇ ਲਈ ਬਿਜਾਈ ਦਾ ਸਮਾਂ ਵੀ ਆਉਣ ਵਾਲਾ ਹੈ। ਜੂਨ ਦਾ ਪਹਿਲਾ ਹਫਤਾ ਮੇਰੇ ਖਿਆਲ ਹੁੰਦਾ 10 ਜੂਨ ਨੂੰ ਅਲਾਓ ਕਰਦੀ ਹੈ ਸਰਕਾਰ ਲਾਉਣ ਲਈ। ਜਦੋਂ ਤੱਕ ਪਾਣੀ ਦੀ ਹਾਲਾਤ ਨਹੀਂ ਸੁਧਰਦੀ ਤੇ ਬਿਜਲੀ ਦੀ ਸਮੱਸਿਆ ਵੀ ਪੰਜਾਬ 'ਚ ਵੱਡੇ ਪੱਧਰ ਤੇ ਆ ਸਕਦੀ ਆ। ਤੇ ਝੋਨੇ ਦੀ ਲਵਾਈ ਹੋਣੀ ਕਾਹਦੇ ਨਾਲ ਆ। ਦੂਜੇ ਪਾਸੇ ਰੇਟ ਘੱਟ ਕਰਨ ਦਾ ਡਰਾਮਾ ਸਰਕਾਰ ਕਰਕੇ ਸ਼ਾਇਦ ਇਲੈਕਸ਼ਨ ਦਾ ਕੋਈ ਮੁੱਦਾ ਬਣਾ ਰਹੀ ਹੈ। ਜਿਹੜੇ ਬਿਜਲੀ ਸੌਦੇ ਆ ਸਮਝੌਤੇ ਉਹ ਤਾਂ ਰੱਦ ਕੀਤੇ ਨਹੀਂ ਇਹਨਾਂ, ਜਿਹੜੇ 25 ਸਾਲ ਦੀ ਸੁਖਬੀਰ ਬਾਦਲ ਕਰ ਗਏ ਨੇ। ਤੇ ਮਹਿੰਗੀ ਬਿਜਲੀ ਨੂੰ ਕਿਸ ਤਰ੍ਹਾਂ ਸਸਤੀ ਕਰਨਗੇ ਜਦੋਂ ਪੰਜਾਬ ਪਹਿਲਾਂ ਹੀ ਕਰਜ਼ਾਈ ਆ। ਤੇ ਉਹਨਾਂ ਨਾਲ ਸਮਝੌਤੇ ਵੀ ਇਦਾਂ ਦੇ ਆ ਕਿ ਉਹ ਭਾਵੇਂ ਬਿਜਲੀ ਪੈਦਾ ਕਰਨ ਭਾਵੇਂ ਨਾ ਕਰਨ, ਉਹਨਾਂ ਕੋਲ ਕੋਲਾ ਹੋਵੇ ਚਾਹੇ ਨਾ ਹੋਵੇ, ਉਹਨਾਂ ਨੂੰ ਲਗਾਤਾਰ ਪੈਸੇ ਮਿਲਦੇ ਰਹਿਣੇ ਆ। ਤੁਸੀਂ ਅਸਲ 'ਚ ਬੇਸਿਕ ਜਿਹੜੇ ਕੰਮ ਕਰਨ ਵਾਲੇ ਉਹ ਤਾਂ ਕਰਦੇ ਨਹੀਂ ਹੈਗੇ। ਬੇਸਿਕ ਤਾਂ ਇਹੀ ਹੈ ਕਿ ਉਹ ਸਮਝੌਤੇ ਰੱਦ ਕੀਤੇ ਜਾਣ, ਉਹ ਬਿਜਲੀ ਦੀ ਪ੍ਰੋਡਿਊਸ ਕਰਨ ਨਾ ਕਰਨ, ਉਹਨਾਂ ਨੂੰ ਸਾਰਾ ਜਿਹੜਾ ਸੌਦੇ ਦੇ ਤਹਿਤ ਜਿਹੜਾ ਸਾਰਾ ਕੁਝ ਪੈਸਾ ਜਾਈ ਜਾਣਾ ਆ ਤੇ ਭਾਰ ਲੋਕਾਂ ਤੇ ਪੈਣਾ। ਇਸ ਵੇਲੇ ਭਾਰਤ 'ਚ ਸਭ ਤੋਂ ਜ਼ਿਆਦਾ ਜਿਹੜੀ ਮਹਿੰਗੀ ਬਿਜਲੀ ਪੰਜਾਬ ਦੇ ਵਿੱਚ ਹੈ। ਇਸ ਵੇਲੇ ਭਾਰਤ ਦੇ ਵਿੱਚ 2-3 ਸੂਬਿਆਂ ਤੋਂ ਬਾਅਦ ਸਭ ਤੋਂ ਜ਼ਿਆਦਾ ਮਹਿੰਗਾ ਪੈਟਰੋਲ ਤੇ ਡੀਜ਼ਲ ਜਿਹੜਾ ਪੰਜਾਬ ਦੇ ਵਿੱਚ ਹੈ। ਜਿੱਥੇ ਇੱਕ ਨੈਸ਼ਨਲ ਟੈਕਸ ਹੈ ਉੱਥੇ ਸਟੇਟ ਟੈਕਸ ਜਿਹੜਾ ਪਾ ਕੇ ਜਿਹੜਾ ਆ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਿੰਨੇ ਵੱਡੇ ਪੱਧਰ ਦੇ ਉੱਤੇ ਸਾਡੀਆਂ ਹੈ। ਇਸ ਵੇਲੇ ਅਸੀਂ ਵੀ 100 ਦੇ ਨੇੜੇ ਪਹੁੰਚਣ ਵਾਲੇ ਹਾਂ। ਸਾਡੇ ਵੀ ਪੈਟਰੋਲ 100 ਰੁਪਏ ਦੇ ਨੇੜੇ ਤੇੜੇ ਪਹੁੰਚਣ ਵਾਲਾ ਹੈ। ਇਹਦੇ ਬਿਜਲੀ ਦੇ ਰੇਟ ਨੂੰ 50 ਪੈਸੇ ਤੋਂ 1 ਰੁਪਇਆ ਜਿਹੜਾ ਬਿਜਲੀ ਦਾ ਰੇਟ ਘਟਾਉਣਾ ਜਿਹੜਾ ਆ ਉਹ ਅਸਲ ਦੇ ਵਿੱਚ ਇਲੈਕਸ਼ਨ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ। ਜਿੱਦਾਂ ਪਹਿਲਾਂ ਸਾਡੀਆਂ ਬੀਬੀਆਂ ਭੈਣਾਂ ਲਈ ਜਿਹੜਾ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਉਹਨੂੰ ਮੁਫਤ ਕੀਤਾ ਗਿਆ। ਦੂਜੀ ਗੱਲ, ਆਮ ਆਦਮੀ ਪਾਰਟੀ ਦਾ ਜਿਹੜਾ ਜਿਸ ਕਿਸਮ ਦਾ ਕਹਿ ਲਓ ਵੀ ਇੱਕ ਪਾਪੂਲਿਜ਼ਮ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਇੱਕ ਪੋਲੀਟਿਕਸ ਵੀ ਆ, ਸਿਸਟਮ ਵੀ ਆ। ਦਿੱਲੀ ਦੇ ਵਿੱਚ ਕੁਝ ਚੀਜ਼ਾਂ ਉਹਨਾਂ ਨੇ ਕੀਤੀਆਂ ਤੇ ਕੱਲ ਆਮ ਆਦਮੀ ਪਾਰਟੀ ਨੇ ਇੱਕ ਚਿੱਠੀ ਵੀ ਲਿਖੀ ਕੈਪਟਨ ਅਮਰਿੰਦਰ ਨੂੰ ਵੀ ਜੇ ਅਰਵਿੰਦ ਕੇਜਰੀਵਾਲ ਦਿੱਲੀ 'ਚ ਆਹ ਚੀਜ਼ਾਂ ਕਰ ਸਕਦੇ ਆ, ਪੰਜਾਬ 'ਚ ਤੁਸੀਂ ਕਿਉਂ ਨਹੀਂ ਕਰ ਸਕਦੇ। ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀ ਤਰਜ਼ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਵਾਂਗ ਸਹੂਲਤਾਂ ਦਿੱਤੀਆਂ ਜਾਣ। ਸੋ ਇੱਕ ਉਹ ਡਰ ਵੀ ਸਤਾ ਰਿਹਾ ਵੀ ਜਿਹੜਾ ਇਹਨਾਂ ਦਾ ਚੋਣ ਐਲਾਨਨਾਮੇ ਹੋਣੇ ਆ ਉਹਦੇ 'ਚ ਕੋਈ ਇੱਦਾਂ ਦੀਆਂ ਚੀਜ਼ਾਂ ਆਮ ਆਦਮੀ ਪਾਰਟੀ ਲੈ ਕੇ ਆਏਗੀ ਜਿਹੜੀ ਇਸ ਵੇਲੇ ਮੁੱਖ ਵਿਰੋਧੀ ਧਿਰ ਹੈ, ਅਗਲੀ ਇਲੈਕਸ਼ਨ 'ਚ ਮੁੱਖ ਵਿਰੋਧੀ ਧਿਰ ਬਣ ਪਾਉਂਦੀ ਜਾਂ ਨਹੀਂ ਬਣ ਪਾਉਂਦੀ, ਇਹਦੇ 'ਤੇ ਤਾਂ ਕੁਐਸਚਨ ਮਾਰਕ ਹੈ। ਪਰ ਇਹ ਜ਼ਰੂਰ ਹੈ ਕਿ ਉਹਨਾਂ ਦੀ ਜਿਹੜੀ ਪਾਪੂਲਿਜ਼ਮ ਦੀ ਪੋਲੀਟਿਕਸ ਹੈ ਜਾਂ ਲੋਕਾਂ ਨੂੰ ਕੁਝ ਸਹੂਲਤਾਂ ਦੇਣ ਦੀ ਜਿਹੜੀ ਇੱਕ ਸਿਆਸਤ ਹੈ, ਦਿੱਲੀ ਵਾਲੀ ਸਿਆਸਤ ਜੇ ਪੰਜਾਬ ਦੇ ਵਿੱਚ ਲਿਆਉਣ ਦਾ ਉਹ ਦਾਅਵਾ ਕਰਦੇ ਆ ਤੇ ਅਟਰੈਕਟ ਕਰ ਸਕਦੇ ਪੰਜਾਬ ਦੇ ਲੋਕਾਂ ਨੂੰ, ਉਹਨੂੰ ਕਿੱਦਾਂ ਰੋਕਿਆ ਜਾਣਾ, ਉਹਦੇ ਕੁਝ ਤਰੀਕੇ ਜਿਹੜੇ ਆ ਸ਼ਾਇਦ ਕੈਪਟਨ ਅਮਰਿੰਦਰ ਜਿਹੜੇ ਆ ਸੋਚ ਰਹੇ ਆ ਜਾਂ ਉਹਨਾਂ ਦੇ ਜਿਹੜੇ ਰਣਨੀਤੀਕਾਰ ਹੈ ਉਹ ਸੋਚ ਰਹੇ ਆ। ਤੇ ਇਸ ਕਰਕੇ ਇੱਦਾਂ ਦੀਆਂ ਕੁਝ ਚੀਜ਼ਾਂ ਦਾ ਐਲਾਨ ਕੀਤਾ ਜਾ ਰਿਹਾ। ਪਰ 50 ਪੈਸੇ ਤੋਂ 1 ਰੁਪਏ ਘਰੇਲੂ ਵਰਤੋਂ ਦੀ ਬਿਜਲੀ ਦੇ ਰੇਟ ਘਟਾਉਣ ਦੇ ਨਾਲ ਤਾਂ ਗੱਲ ਨਹੀਂ ਬਣਨੀ। ਨਾਲ ਦੀ ਨਾਲ ਜਿਹੜੀ ਸਨਅਤ ਨੂੰ, ਇੰਡਸਟਰੀ ਨੂੰ ਬਿਜਲੀ ਜਾ ਰਹੀ ਹੈ ਉਹਦੀ ਦਰ ਸਗੋਂ ਥੋੜ੍ਹੀ ਜਿਹੀ ਵਧਾ ਦਿੱਤੀ ਗਈ ਹੈ ਵੀ ਇੱਧਰੋਂ ਕੱਢ ਲਿਆ ਤੇ ਉੱਧਰੋਂ ਖਿੱਚ ਲਿਆ, ਇੱਧਰੋਂ ਦੇ ਦਿੱਤਾ ਜਾਂ ਉੱਧਰੋਂ ਕੱਢ ਲਿਆ। ਇਹ ਸਾਰੀ ਜਿਹੜੀ ਪਾਲਿਸੀ ਚੱਲ ਰਹੀ ਹੈ। ਜੇ ਸੱਚਮੁੱਚ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਹੈ ਤੇ ਪੰਜਾਬ ਦੇ ਏਜੰਡੇ ਨੂੰ ਦੇਖਣਾ ਪਏਗਾ। ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਸਿੱਧੀਆਂ ਬੁਨਿਆਦੀ ਜਿਹੜੀਆਂ ਲੋੜਾਂ ਨੇ, ਉਹਨਾਂ ਲੋੜਾਂ ਦੇ ਵਿੱਚ ਸਰਕਾਰ ਜਿਹੜੀ ਹੈ ਪੋਜ਼ਿਟਿਵਲੀ ਕੀ ਕਰ ਸਕਦੀ ਹੈ ਉਹ ਪ੍ਰੈਕਟਿਸ ਕਰਕੇ ਦਿਖਾਉਣਾ ਪਏਗਾ। ਐਲਾਨ ਕਰਨ ਦੇ ਨਾਲ ਹੁਣ ਕੁਝ ਨਹੀਂ ਹੋਣਾ। ਇਹ ਠੀਕ ਹੈ, ਇਹ ਤਾਂ 1 ਜੂਨ ਤੋਂ ਲਾਗੂ ਕਰ ਦੇਣਾ ਉਹਨਾਂ ਨੇ ਬਿਜਲੀ ਵਾਲਾ, ਉਹਨਾਂ ਕਿੰਨਾ ਕੁ ਫਰਕ ਪਏਗਾ। ਮਤਲਬ ਜੇ 400 ਯੂਨਿਟ ਕੋਈ ਯੂਜ਼ ਕਰ ਰਿਹਾ ਹੈ ਤੇ 200 ਰੁਪਏ ਦਾ 50 ਪੈਸੇ ਦੇ ਹਿਸਾਬ ਨਾਲ 200 ਰੁਪਏ ਦਾ ਫਰਕ ਪੈ ਜਾਏਗਾ ਜੀ। ਬਹੁਤ ਵੱਡਾ ਫਰਕ ਜੀ ਦਸਾਂਝ ਸਾਹਿਬ, ਵੈਸੇ ਕੇਜਰੀਵਾਲ ਨਾਂ ਦੀ ਲੋਕ ਲਭਾਊ ਨਾਰੇ ਤੇ ਬੜੇ ਨੇ ਉਹਨਾਂ ਦੇ ਵੀ, ਆਪਾਂ ਮੰਨਦੇ ਗੱਲ, ਪਰ ਜਿੱਥੇ ਉਹਨਾਂ ਨੇ ਚਲੋ ਹੈਲਥ ਤੇ ਕੰਮ ਕੀਤਾ ਸੀ, ਐਜੂਕੇਸ਼ਨ ਤੇ, ਨਾਲ ਦੀ ਨਾਲ ਬਿਜਲੀ ਦੀਆਂ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੂੰ ਵੀ ਨੱਥ ਪਾਈ ਸੀ ਉਹਨਾਂ ਨੇ। ਰੇਟ ਵਗੈਰਾ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਪਹਿਲੀ ਵਾਰ ਵੀ ਉਹ ਬਣੇ ਆ ਉਹਨਾਂ ਨੇ ਝੁਕਾ ਲਿਆ ਸੀ ਉਹਨਾਂ ਨੂੰ, ਬਿਜਲੀ ਸਪਲਾਈ ਕੰਪਨੀਆਂ ਨੂੰ, ਔਰ ਉਹਨਾਂ ਦੇ ਰੇਟ ਜਿਹੜੇ ਸੀ ਉਹ ਕਾਫੀ ਜ਼ਿਆਦਾ ਡਾਊਨ ਕੀਤੇ ਸੀ ਜਿਹਦੇ ਕਰਕੇ ਉਹ ਕਾਮਯਾਬ ਹੋ ਸਕੇ ਬਿਜਲੀ ਜਿਹੜੀ ਆ ਉਹ ਸਸਤੀ ਕਰਨ 'ਚ ਤੇ ਕੁਝ ਗਰੀਬਾਂ ਨੂੰ ਕੁਝ ਹੱਦ ਤੱਕ ਫ੍ਰੀ ਬਿਜਲੀ ਕਰਨ 'ਚ। ਇਸੇ ਤਰ੍ਹਾਂ ਹੀ ਪਾਣੀ ਦਾ ਮਸਲਾ ਬੜਾ ਵੱਡਾ ਆ ਉਹਨਾਂ ਦਿੱਲੀ ਵਰਗੀ ਸਟੇਟ ਦੇ ਵਿੱਚ, ਪੀਣ ਵਾਲੇ ਪਾਣੀ ਦਾ ਮਸਲਾ ਉਹਨੂੰ ਵੀ ਕਾਫੀ ਉਹਨਾਂ ਹੱਲ ਕੀਤਾ। ਕਈ ਕੰਮ ਤੇ ਉਹਨਾਂ ਐਸੇ ਕੀਤੇ ਸੀਗੇ, ਝੁੱਗੀਆਂ ਵਾਸਤੇ ਕੁਝ ਕੰਮ ਕੀਤੇ ਸੀਗੇ, ਭਾਵੇਂ ਉਹਦੇ ਪਿੱਛੇ ਉਹਨਾਂ ਦੀ ਵੋਟ ਪੋਲਿਟਿਕਸ ਵੀ ਹੋਵੇ। ਜੀ ਬਿਲਕੁਲ ਠੀਕ ਤੁਸੀਂ ਕਹਿ ਰਹੇ, ਇਹਨੂੰ ਕਹਿੰਦੇ ਆ ਵਿਦਨ ਸਿਸਟਮ ਵੀ ਤੁਸੀਂ ਆਪਣੇ ਆਪ ਨੂੰ ਕਾਇਮ ਡਾਇਮ ਰੱਖਣ ਵਾਸਤੇ ਕੁਝ ਇੱਦਾਂ ਦਾ ਕਰ ਸਕਦੇ ਹੋ। ਵਿਦਨ ਸਿਸਟਮ ਵੀ, ਇਹ ਸਿਸਟਮ ਦੇ ਵਿੱਚ ਵੀ ਕੁਝ ਚੀਜ਼ਾਂ ਹੈ
ਜਿਨ੍ਹਾਂ ਨੂੰ ਮਤਲਬ ਦਿੱਲੀ ਤਾਂ ਪੂਰਨ ਸਟੇਟ ਵੀ ਹੈ ਨਹੀਂ, ਉਹਦੇ ਬਾਵਜੂਦ ਜੇ ਅਰਵਿੰਦ ਕੇਜਰੀਵਾਲ ਨੇ ਕੀਤਾ ਤੇ ਪੰਜਾਬ ਕਿਉਂ ਨਹੀਂ ਕਰ ਸਕਦਾ? ਮਤਲਬ ਤੁਸੀਂ ਵਿਜਨ ਸਿਸਟਮ ਇੱਕ ਪੂਰਨ ਸਟੇਟ ਹੋਣ ਦੇ ਨਾਤੇ ਦੇ ਉੱਤੇ ਜਿਹੜੀਆਂ ਚੀਜ਼ਾਂ ਅਰਵਿੰਦ ਕੇਜਰੀਵਾਲ ਨੇ ਕੀਤੀਆਂ, ਜਿਹੜੀਆਂ ਉਹਨਾਂ ਦੇ ਪੱਖ 'ਚ ਜਾਣਗੀਆਂ, ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੀ ਸਰਕਾਰ ਜਾਂ ਉਹਨਾਂ ਦੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ, ਉਹਦੀ ਪੋਲਿਟਿਕਸ ਦੇ ਵਿੱਚ ਹੋਰ ਬੜੇ ਨੁਕਸ ਨੇ। ਖਾਸ ਤੌਰ ਤੇ ਨੈਸ਼ਨਲ ਪੋਲਿਟਿਕਸ ਦਾ ਜਦੋਂ ਆਪਾਂ ਚਰਚਾ ਕਰਦੇ ਹਾਂ ਜਾਂ ਜਿਨ੍ਹਾਂ ਮੁੱਦਿਆਂ ਤੇ ਚਰਚਾ ਕਰਦੇ ਹਾਂ, ਕਸ਼ਮੀਰ ਦਾ ਇਸ਼ੂ ਹੈ ਜਾਂ ਸੀਏ ਦਾ ਜਾਂ ਐਨਆਰਸੀ ਦਾ ਇਸ਼ੂ ਰਿਹਾ ਆ, ਉਹਦੇ ਤੇ ਜਿਹੜੀ ਸਟੈਂਡ ਲਏ ਨੇ ਉਹਨਾਂ ਨੇ, ਉਹ ਸਿੱਧੇ ਤੌਰ ਤੇ ਆਰਐਸਐਸ ਦੇ ਸਟੈਂਡ ਨਾਲ ਮੇਲ ਖਾਂਦੇ ਨੇ। ਇਸ ਕਰਕੇ ਅਸੀਂ ਉਹਨਾਂ ਦੇ ਨੁਕਤਾਚੀਨ ਹੈ। ਪਰ ਇੱਕ ਪਾਪੂਲਿਜ਼ਮ ਦੀ ਪੋਲਿਟਿਕਸ ਨੂੰ ਧਿਆਨ 'ਚ ਰੱਖਦੇ ਆ, ਆਪਣੀ ਲੋਕਪ੍ਰਿਯਤਾ ਬਣਾਏ ਰੱਖਣ ਵਾਸਤੇ ਉਹਨਾਂ ਨੇ ਬਿਨਾਂ ਸਟੇਟ ਪੂਰਨ ਹੁੰਦਿਆਂ ਹੋਇਆ ਵੀ ਇਦਾਂ ਦੇ ਕੰਮ ਕੀਤੇ ਹੈ ਜਿਨ੍ਹਾਂ ਨੇ ਉਹਨਾਂ ਨੂੰ ਪੇ ਕੀਤਾ। ਇਸੇ ਕਰਕੇ ਉਹਨਾਂ ਦੀ ਲੋਕਪ੍ਰਿਯਤਾ ਬਣੀ ਹੋਈ ਹੈ, ਇਸੇ ਕਰਕੇ ਉਹ ਦੂਜੀ ਵਾਰੀ ਫੇਰ ਹੁਕੂਮਤ 'ਚ ਆਏ ਆ। ਸੋ ਇਹ ਪੰਜਾਬ 'ਚ ਵੀ ਹੋ ਸਕਦਾ, ਪਰ ਦੂਜੀ ਵਾਰੀ ਪੰਜਾਬ ਵਾਲੇ ਵੈਸੇ ਦਸਾਂਝ ਸਾਹਿਬ ਦੂਜੀ ਵਾਰ ਹਕੂਮਤ ਤੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੇ ਪਰ ਕੁਤਰੇ ਗਏ ਆ ਕਾਨੂੰਨੀ ਤਰੀਕਿਆਂ ਦੇ ਨਾਲ, ਉਹਦੇ ਰਿਐਕਸ਼ਨ ਵਜੋਂ ਕੋਈ ਖਾਸ ਗੱਲ ਨਹੀਂ। ਜਿਵੇਂ ਅਸੀਂ ਉਹਨਾਂ ਨੂੰ ਦੇਖਦੇ ਆਏ ਆ ਕਿ ਉਹ ਖੁਦ ਪੌੜੀ ਤੇ ਚੜ੍ਹ ਕੇ ਪਲਾਸ ਲੈ ਕੇ ਬਿਜਲੀ ਦੇ ਕਨੈਕਸ਼ਨ ਜੋੜ ਰਹੇ ਸੀਗੇ ਜਾਂ ਭੁੱਖ ਹੜਤਾਲ ਤੇ ਚੱਲ ਜਾਂਦੇ ਸੀ, ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਰਜਾਈ ਲੈ ਕੇ ਸੜਕ ਤੇ ਸੌਂਦੇ ਰਹੇ ਆ। ਪਰ ਜਿਹੜਾ ਉਹਨਾਂ ਦੇ ਕੋਲੋਂ ਇਹ ਅਧਿਕਾਰ ਖੋਲੇ ਗਏ ਨੇ ਸਾਰੇ, ਇੱਥੇ ਉਹਨਾਂ ਦਾ ਰਿਐਕਸ਼ਨ ਬੜਾ ਨਿਗੁਣਾ ਰਿਹਾ ਆ। ਕੋਈ ਖਾਸ ਉਹਨਾਂ ਨੇ ਉੱਤੇ ਪਾਰਟੀ ਨੇ ਕੋਈ ਰਿਐਕਟ ਕੀਤਾ ਨਹੀਂ ਲੱਗਦਾ, ਨਾ ਹੀ ਉਹ ਬਾਹਰ ਨਿਕਲੇ ਨੇ ਸਵਾਏ ਮਾੜੇ ਮੋਟੇ ਬਿਆਨ ਦੇਣ ਤੋਂ। ਉਹਨਾਂ ਨੇ ਕੋਈ ਇਹਦਾ ਰਿਐਕਸ਼ਨ ਨਹੀਂ ਦਿੱਤਾ। ਇਹ ਵੀ ਬੜੀ ਅਜੀਬ ਜੀ ਸਿਆਸਤ ਲੱਗਦੀ ਹੈ ਇਹਨਾਂ ਦੀ। ਬਿਲਕੁਲ ਜਨਤਕ ਰਿਐਕਸ਼ਨ ਬਹੁਤ ਇੰਪੋਰਟੈਂਟ ਹੁੰਦਾ ਹੈ। ਤੁਸੀਂ ਜਿੱਦਾਂ ਦੀ ਰਾਜਨੀਤੀ ਇਸ ਵੇਲੇ ਹੈ, ਟਵੀਟ ਦੀ ਰਾਜਨੀਤੀ ਜਾਂ ਪ੍ਰੈਸ ਕਾਨਫਰੰਸ ਦੀ ਰਾਜਨੀਤੀ ਤੱਕ ਸੀਮਤ ਜਿਹੜਾ ਰਹਿ ਜਾਣਾ, ਉਹ ਦੱਸਦਾ ਹੈ ਕਿ ਤੁਹਾਡੇ ਅੰਦਰ ਜਿਹੜਾ ਉਹ ਕਣ ਹੁੰਦਾ ਹੈ, ਇੱਕ ਐਜੀਟੇਸ਼ਨ ਦਾ ਕਣ, ਜਿਹਨੂੰ ਕਿਹਾ ਵੀ ਜਾਂਦਾ ਸੀ ਵੀ ਇਹ ਤਾਂ ਬੰਦੇ ਭਾਈ ਇਹ ਤਾਂ ਸਦਾ ਹੀ ਐਜੀਟੇਸ਼ਨ 'ਚ ਰਹਿਣ ਵਾਲੇ ਲੋਕ ਹੈ, ਤੇ ਉਹ ਸਾਰੀਆਂ ਚੀਜ਼ਾਂ ਬਦਲ ਰਹੀਆਂ। ਉਹਦੇ 'ਚ ਜਿੱਦਾਂ ਜਿੱਦਾਂ ਮੈਨੂੰ ਲੱਗਦਾ ਕਿ ਇੱਕ ਰਵਾਇਤੀ ਤੌਰ ਦੇ ਉੱਤੇ ਜੇ ਬਾਕੀ ਚੀਜ਼ਾਂ ਵੀ ਆਪਾਂ ਦੇਖੀਏ, ਜਦੋਂ ਅਸੀਂ ਕਮਿਊਨਿਸਟਾਂ ਦਾ ਵੀ ਹਵਾਲਾ ਦਿੰਦੇ ਹਾਂ, ਰਵਾਇਤੀ ਕਮਿਊਨਿਸਟ ਪਾਰਟੀਆਂ ਦਾ 34 ਸਾਲ ਦਾ ਪੱਛਮੀ ਬੰਗਾਲ 'ਚ ਜਿਹੜਾ ਰਾਜ ਦਾ ਹਵਾਲਾ ਅਸੀਂ ਦਿੰਦੇ ਹਾਂ, 34 ਸਾਲ ਦੇ ਵਿੱਚੋਂ ਜੇ ਦੇਖਣਾ ਹੋਵੇ ਤਾਂ ਜਿਹੜੇ ਪਹਿਲੇ 10 ਸਾਲ ਆ ਉਹੀ ਉਹਨਾਂ ਦੀਆਂ ਪ੍ਰਾਪਤੀਆਂ ਦੇ ਸੀ, ਜਿਹਦੇ 'ਚ ਜ਼ਮੀਨੀ ਸੁਧਾਰ ਕੀਤੇ ਗਏ। ਉਹ ਜ਼ਮੀਨੀ ਸੁਧਾਰ ਇੱਕ ਜ਼ਮੀਨੀ ਸੁਧਾਰ ਕਰਕੇ ਹੀ ਦੇਸ਼ 'ਚ ਪਹਿਲੀ ਵਾਰ ਪੱਛਮੀ ਬੰਗਾਲ ਦੇ ਵਿੱਚ ਕਮਿਊਨਿਸਟ ਪਾਰਟੀ ਦੀ ਸਰਕਾਰ ਜਾਂ ਖੱਬੇ ਮੋਰਚੇ ਦੀ ਸਰਕਾਰ ਆਉਂਦੀ ਹੈ, ਤਾਂ ਆਉਂਦਿਆਂ ਹੀ ਉਹ ਜ਼ਮੀਨੀ ਸੁਧਾਰ ਕਰ ਦਿੰਦੇ ਆ। ਉਹ ਜਿਹੜੇ ਜ਼ਮੀਨੀ ਸੁਧਾਰ ਦੇਸ਼ 'ਚ ਪਹਿਲੀ ਵਾਰ ਹੋਏ ਤੇ ਉਹ ਜ਼ਮੀਨੀ ਸੁਧਾਰ ਦਾ ਇੱਕੋ ਇੱਕ ਕੰਮ ਕਰਕੇ 34 ਸਾਲ ਤੱਕ ਉਹ ਰਾਜ ਕਰ ਗਏ। ਤੇ ਜਿਹੜਾ ਉਹਨਾਂ ਦਾ ਇੱਕ ਸੰਘਰਸ਼ ਕਰਨ ਦਾ ਇੱਕ ਮਾਦਾ ਸੀ, ਉਹ 10 ਸਾਲ ਤੱਕ ਜਿਉਂਦਾ ਰਿਹਾ, 10-15 ਸਾਲ ਤੱਕ ਜਿਉਂਦਾ ਰਿਹਾ। ਫਿਰ ਉਹਨਾਂ ਨੇ ਉਹ ਸਾਰਾ ਜਿਹੜਾ ਟੋਟਲ ਪੋਲੀਟੀਕਲ ਸੀਨ ਜਿਹੜਾ ਸਿਧਾਰਥ ਸ਼ੰਕਰ ਰੇ ਛੱਡ ਕੇ ਗਏ ਸੀ, ਉਹਨੂੰ ਕ੍ਰੀਏਟ ਕੀਤਾ। ਉਹੀ ਗੁੰਡਾਗਰਦੀ ਦਾ ਨਿਜ਼ਾਮ ਜਿਹੜਾ ਪੈਦਾ ਕੀਤਾ, ਉਹੀ ਜਿਹੜੇ ਉਸ ਕਿਸਮ ਦੇ ਲੋਕ ਪੈਦਾ ਕੀਤੇ ਜਿਨ੍ਹਾਂ ਨੇ ਧੱਕੇ ਦੇ ਨਾਲ ਜਿਹੜਾ ਆ ਉਹ ਸਾਰਾ ਕੁਝ ਜਿਹੜਾ 34 ਸਾਲ ਤੱਕ ਉਹ ਰਾਜ ਚਲਾਇਆ, ਜਿਹਦੇ ਨਤੀਜੇ ਭੁਗਤੇ ਆ ਹੁਣ ਇਸ ਰਵਾਇਤੀ ਕਮਿਊਨਿਸਟ ਧਿਰ ਨੇ। ਇੱਦਾਂ ਆਮ ਆਦਮੀ ਪਾਰਟੀ ਦਾ ਜਿਹੜੇ ਪਹਿਲੇ ਸਾਲ ਸੀਗੇ ਉਹ ਜ਼ਰੂਰ ਜਿਹੜੇ ਆ ਉਹ ਐਜੀਟੇਸ਼ਨ 'ਚ ਦਿਖਾਈ ਦਿੱਤੇ ਆ, ਜਨਤਕ ਵਿਦਰੋਹ ਦੇ ਦਿਖਾਈ ਦਿੱਤੇ ਆ, ਸੱਤਾ 'ਚ ਹੁੰਦਿਆਂ ਹੋਇਆਂ ਵੀ ਸੜਕਾਂ 'ਤੇ ਆਉਣ ਦਾ ਉਹਨਾਂ ਦਾ ਜਿਹੜਾ ਰੋਸ ਦਿਖਾਈ ਦਿੰਦਾ ਰਿਹਾ, ਉਹ ਹੁਣ ਨਹੀਂ ਹੈ। ਤੇ ਉਹਦੇ ਪਿੱਛੇ ਹੋਰ ਵੀ ਕੋਈ ਪੋਲਿਟਿਕਸ ਹੋ ਸਕਦੀ ਹੈ। ਦੂਜੀ ਗੱਲ, ਖਿੰਡ ਵੀ ਗਈ ਹੈ ਆਮ ਆਦਮੀ ਪਾਰਟੀ ਬਹੁਤ ਬੁਰੀ ਤਰ੍ਹਾਂ, ਜਿੱਦਾਂ ਪੰਜਾਬ 'ਚ ਖਿੰਡੀ ਹੈ, ਦਿੱਲੀ 'ਚ ਵੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਇਸ ਤਰ੍ਹਾਂ ਦੇ ਜਿਹੜੇ ਹਲਕੇ ਸੀ, ਜਿਹੜੇ ਲੋਕ ਹਮੇਸ਼ਾ ਹੀ ਐਜੀਟੇਸ਼ਨ 'ਚ ਰਹਿਣ ਵਾਲੇ ਸੀ, ਜਿਹੜੇ ਬੁੱਧੀਜੀਵੀ ਤਬਕਾ ਵੀ ਸਾਥ ਉਹਨਾਂ ਦਾ ਦੇ ਰਿਹਾ ਸੀ, ਉਹ ਸਾਰਾ ਜਿਹੜਾ ਖਿੰਡ ਗਿਆ। ਤੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਇਸ ਵੇਲੇ ਇਕੱਲੇ ਹੀ ਰਹਿ ਗਏ ਆ। ਤੇ ਕਈ ਚੀਜ਼ਾਂ ਕਈ ਵਾਰੀ ਜਦੋਂ ਤੁਸੀਂ ਇਕੱਲੇ ਰਹਿ ਜਾਂਦੇ ਹੋ, ਲੋਕਾਂ ਦੀ ਗੱਲ ਨਹੀਂ ਸੁਣਦੇ, ਕਹਿੰਦੇ ਤੁਸੀਂ ਆਪਣੇ ਆਪ ਨੂੰ ਆਮ ਆਦਮੀ ਹੋ ਤੇ ਖਾਸ ਤਰੀਕੇ ਨਾਲ ਬਿਹੇਵ ਕਰਨ ਲੱਗ ਪੈਂਦੇ ਹੋ, ਤੇ ਚੀਜ਼ਾਂ ਬਦਲ ਜਾਇਆ ਕਰ। ਜੀ ਬਿਲਕੁਲ ਦਸਾਂਝ, ਸਮਾਂ ਕਾਫੀ ਹੋ ਗਿਆ ਔਰ ਤੁਹਾਡੇ ਕੋਲ ਹੁਣ ਇਜਾਜ਼ਤ ਚਾਹੁੰਦੇ ਆ, ਪਰ ਇੱਕ ਖਬਰ ਜਾਂਦੇ ਜਾਂਦੇ ਜੇ ਦੱਸ ਸਕੋ ਤਾਂ ਬਠਿੰਡੇ ਦੇ ਵਿੱਚ ਫਿਰ ਕਹਿੰਦੇ ਆ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ ਔਰ ਹਨੂਮਾਨ ਚਾਲੀਸਾ ਉਹਦੇ ਪੇਪਰ ਪਾੜ ਕੇ ਸੁੱਟੇ ਨੇ ਕੁਝ ਸਫੇ। ਇਹ ਕੌਣ ਲੋਕ ਨੇ, ਕਿਉਂ ਇਹ ਬਾਰ-ਬਾਰ ਕਰਦੇ ਨੇ? ਪਿਛਲੀਆਂ ਘਟਨਾਵਾਂ ਤੋਂ ਨਾ ਸਬਕ ਸਿੱਖਿਆ ਐਡਮਿਨਿਸਟ੍ਰੇਸ਼ਨ ਨੇ ਤੇ ਨਾ ਹੀ ਉਹ ਲੋਕ ਸੁਧਾਰ ਵਾਲੇ ਪਾਸੇ ਪਏ ਆ। ਪਤਾ ਨਹੀਂ ਇਹ ਕੀ ਬਾਰ-ਬਾਰ ਹੋ ਰਿਹਾ ਔਰ ਇਹਦੇ ਨਾਲ ਸੁਸਾਇਟੀ ਜਿਹੜੀ ਅਨਰੈਸਟ ਪੈਦਾ ਹੁੰਦੀ ਆ ਉਹ ਵੀ ਆਪਣੇ ਆਪ 'ਚ, ਕਿਉਂਕਿ ਲੋਕਾਂ ਦੀ ਇੱਕ ਮਾਨਤਾ ਹੈ, ਇੱਕ ਸ਼ਰਧਾ ਆ, ਇੱਕ ਆਸਥਾ ਆ, ਜਿਹਨੂੰ ਬਾਰ-ਬਾਰ ਕੁਝ ਸ਼ਰਾਰਤੀ ਅੰਸਰ ਤੋੜਦੇ ਨੇ। ਹਾਲਾਂਕਿ ਮੈਂ ਤਾਂ ਖੈਰ ਸਮਝਦਾ ਵਾਂ ਕਿ ਇਹਨਾਂ ਚੀਜ਼ਾਂ ਨਾਲ, ਇਹਨਾਂ ਦੇ ਉੱਤੇ ਹੀ ਆਪਾਂ ਆਪਣੀ એનર્ਜੀ ਵੇਸਟ ਕਰੀ ਜਾਈਏ, ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਸੋ ਪਤਾ ਨਹੀਂ ਕੀ ਕਾਰਨ ਹੈ ਕਿ ਇਹ ਚੀਜ਼ਾਂ ਉੱਥੇ ਰੁਕ ਨਹੀਂ ਪਾ ਰਹੀਆਂ।
ਪਹਿਲੀ ਗੱਲ ਤਾਂ ਇਹ ਲੋਕ ਜਿਹੜੇ ਨੇ, ਚਾਹੇ ਉਹ ਅਰਦਾਸ ਕਰਨ ਵਾਲਾ ਬੰਦਾ ਜਿਹੜਾ ਆਪਾਂ ਪਿਛਲੇ ਦਿਨਾਂ 'ਚ ਵਿਚਾਰਿਆ, ਜਿਹਨੇ ਗੁਰਮੀਤ ਰਾਮ ਰਹੀਮ ਦੀ ਰਿਹਾਈ ਦੀ ਅਰਦਾਸ ਕੀਤੀ, ਉਸਤਤ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਆਪਣੇ ਆਪ ਨੂੰ ਮੁੱਖ ਮੰਤਰੀ ਕਿਹਾ, ਭਵਿੱਖ ਦਾ ਮੁੱਖ ਮੰਤਰੀ ਪੰਜਾਬ ਦਾ। ਇਹ ਲੋਕ ਜਾਂ ਜਿਹੜੇ ਹੁਣ ਬਠਿੰਡੇ ਦੇ ਵਿੱਚ ਇੱਕ ਕੂੜੇ ਦੇ ਢੇਰ ਤੋਂ ਮਿਲੇ ਨੇ, ਗੁਟਕਾ ਸਾਹਿਬ ਦੇ ਅੰਗ ਮਿਲੇ ਨੇ, ਜਾਂ ਹਨੂੰਮਾਨ ਚਾਲੀਸਾ ਜਿਹੜੀ ਫਟੀ ਹੋਈ ਮਿਲੀ ਹੈ, ਜਿਨ੍ਹਾਂ ਨੇ ਵੀ ਇਹ ਕੀਤਾ, ਇਹ ਲੋਕ ਸ਼ਰਾਰਤੀ ਅਨਸਰ ਨਹੀਂ ਹੈ। ਕਿਉਂਕਿ ਰੂਟੀਨ 'ਚ ਅਸੀਂ ਇਹਨਾਂ ਨੂੰ ਸ਼ਰਾਰਤੀ ਅਨਸਰ ਕਹਿ ਦਿੰਦੇ ਹਾਂ। ਇਹ ਬਕਾਇਦਾ ਆਰਗੇਨਾਈਜ਼ਡ ਤਰੀਕੇ ਦੇ ਨਾਲ ਇਹਦੇ ਪਿੱਛੇ ਇੱਕ ਕੁਝ ਪੈਸੇ ਪੂਸੇ ਦੇ ਕੇ ਇਹਨਾਂ ਤੋਂ ਇਹ ਕੰਮ ਕਰਵਾਇਆ ਜਾਂਦਾ ਹੈ, ਤਾਂ ਜੋ ਅੱਗਾਂ ਲਾਈਆਂ ਜਾ ਸਕਣ। ਫਿਰ ਤੋਂ ਪੰਜਾਬ ਜਿਹੜਾ ਆ, ਪੰਜਾਬ ਦੀ ਜਿਹੜੀ ਆਸਥਾ ਆ, ਉਹਨੂੰ ਐਕਸਪਲਾਇਟ ਕਰਕੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾ ਸਕੇ, ਜਿਹਦੇ ਤੋਂ ਬਾਅਦ ਫਸਲਾਂ ਦੀ, ਵੋਟਾਂ ਦੀ ਫਸਲਾਂ ਦੀ ਜਿਹੜੀ ਵਾਢੀ ਕੀਤੀ ਜਾ ਸਕੇ। ਸੋ ਇਹ ਸ਼ਰਾਰਤੀ ਅਨਸਰ ਨਹੀਂ ਹੈ। ਕਿਤੇ ਕੋਈ ਪਾਗਲ ਬੰਦਾ ਵੀ ਹੋ ਸਕਦਾ, ਇੱਕ ਅੱਧੀ ਘਟਨਾ ਇੱਦਾਂ ਦੀ ਹੋ ਸਕਦੀ ਹੈ ਵੀ ਹਿੱਲਿਆ ਹੋਇਆ ਕੋਈ ਬੰਦਾ ਕੋਈ ਇੱਦਾਂ ਦੀ ਘਟਨਾ ਨੂੰ ਅੰਜਾਮ ਦੇ ਦੇ, ਪਰ ਇੱਕ ਅੱਧੀ ਘਟਨਾ ਤੋਂ ਬਾਹਰ ਜਿਹੜੀਆਂ ਬਾਕੀ ਘਟਨਾਵਾਂ ਨੇ, ਜਿਹੜੀਆਂ ਅਸੀਂ ਕਈ ਵਾਰੀ ਦੇਖਦੇ ਹਾਂ ਵੀ ਆਹ ਕੀ ਹੋ ਗਿਆ, ਉਹਦੇ ਪਿੱਛੇ ਬਕਾਇਦਾ ਨਖਾਈਏ ਕਿਸਮ ਦੇ ਲੋਕ ਜਿਹੜੇ ਉਹ ਲਾਏ ਜਾਂਦੇ, ਜਿਨ੍ਹਾਂ ਨੂੰ ਕੁਝ ਪੈਸੇ ਦਾ ਲਾਲਚ ਦੇ ਕੇ ਜਾਂ ਕੁਝ ਹੋਰ ਲਾਲਚ ਦੇ ਕੇ ਉਹਨਾਂ ਤੋਂ ਇਹ ਕੰਮ ਕਰਵਾਇਆ ਜਾਂਦਾ ਹੈ, ਤਾਂ ਜੋ ਆਪਣੇ ਜਿਹੜੇ ਰਾਜਨੀਤਿਕ ਹਿੱਤ ਜਿਹੜੇ ਹੈ ਉਹ ਪੂਰੇ ਜਾ ਸਕਣ। ਸੋ ਇਹਦੀ ਡਿਟੇਲਸ ਵੀ ਆਉਣਗੀਆਂ, ਪਤਾ ਲੱਗੇਗਾ। ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ, ਪਤਾ ਲੱਗੇਗਾ ਕੌਣ ਨੇ ਤੇ ਫਿਰ ਇਹਨਾਂ ਦੇ ਪਿੱਛੇ ਕੌਣ ਹੈ। ਬਹੁਤ ਸੁਚੇਤ ਰਹਿਣ ਦੀ ਜ਼ਰੂਰਤ ਹੈ, ਖਾਸ ਤੌਰ ਤੇ ਇਸ ਵਰ੍ਹੇ ਦੇ ਵਿੱਚ ਪੰਜਾਬੀਆਂ ਨੂੰ, ਕਿਉਂਕਿ ਇਹ ਵਰ੍ਹਾ ਇਲੈਕਸ਼ਨ ਦਾ ਵਰ੍ਹਾ ਆ। ਭਾਵੇਂ ਆਹ ਵਰ੍ਹਾ ਜਿਹੜਾ ਆ, ਇਸ ਵਰ੍ਹੇ 'ਚ ਚੋਣ ਨਹੀਂ ਹੋਣੀ, ਪਰ ਅਸੀਂ ਉਹ ਓਵਰਆਲ ਇੱਕ ਸਾਲ ਲੈਂਦੇ ਹਾਂ। ਜੀ, ਮਤਲਬ 8-9 ਮਹੀਨੇ ਰਹਿ ਗਏ ਨੇ। ਹੁਣ ਅਸੀਂ ਜੂਨ ਮਹੀਨੇ ਦੇ ਵਿੱਚ ਦਾਖਲ, ਫਰਵਰੀ 'ਚ ਮੇਰੇ ਖਿਆਲ ਡਿਊ ਹੈ ਇਲੈਕਸ਼ਨ ਜੀ। ਹਾਂਜੀ, ਫਰਵਰੀ ਵਿੱਚ ਡਿਊ ਹੈ। ਬਾਅਦ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਵੀ 7-8 ਮਹੀਨੇ ਦਾ ਸਮਾਂ ਆ, ਤੇ ਬੜੇ ਖਤਰਨਾਕ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ। ਬਾਰ-ਬਾਰ ਪੰਜਾਬ ਨੂੰ ਫਿਰ ਤੋਂ ਬਲਦੀ ਦੇ ਬੂਥੇ ਦੇਣ ਦੀ ਕੋਸ਼ਿਸ਼ ਹੋਏਗੀ, ਤੇ ਲੋਕ ਜਿਹੜੇ ਭੋਲੇ ਭਾਲੇ ਨੇ ਉਹਨਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੋਏਗੀ। ਇੱਕ ਪਾਸੇ ਹਕੂਮਤ ਜਿਹੜੀ ਹੈ ਉਹ ਲਾਲਚ ਦੀ ਰਾਜਨੀਤੀ ਖੇਡੇਗੀ, ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਦਾ ਨਾਟਕ ਕਰੇਗੀ, ਤੇ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਆਪਣੇ ਆਪ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰਨਗੀਆਂ, ਤੇ ਤੀਜੇ ਪਾਸੇ ਇੱਕ ਇੱਦਾਂ ਦੀ ਧਿਰ ਹੈ ਜਿਹਦੇ ਪੈਰ ਪੂਰੀ ਤਰ੍ਹਾਂ ਉਖੜ ਚੁੱਕੇ ਨੇ ਪੰਜਾਬ 'ਚੋਂ। ਉਹ ਆਪਣੇ ਪੈਰ ਕਿੱਦਾਂ ਫੇਰ ਤੋਂ ਜਮਾਵੇ, ਆਪਣੀ ਰਾਜਨੀਤੀ ਨੂੰ ਫੇਰ ਤੋਂ ਕਿੱਦਾਂ ਚਮਕਾਵੇ, ਉਹਦੇ ਵਾਸਤੇ ਕਿੱਥੋਂ ਕਿਹਨੂੰ ਵਰਤਣਾ ਆ, ਕਿਹੜੇ ਡੇਰੇ ਨੂੰ ਵਰਤਣਾ ਆ, ਉਹ ਆਪਣੀਆਂ ਗੋਟੀਆਂ ਉਸ ਢੰਗ ਨਾਲ ਵਿਛਾਉਣ ਤੇ ਲੱਗੀ ਹੋਈ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ ਬੜਾ ਚੌਕਸੀ ਰੱਖਣ ਦੀ ਜ਼ਰੂਰਤ ਹੈ ਪੰਜਾਬੀਆਂ। ਦਸਾਂਝ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਕਾਫੀ ਸਮਾਂ ਹੋ ਗਿਆ, ਔਰ ਫਿਰ ਦੁਬਾਰਾ ਮਿਲਦੇ ਹਾਂ ਜੀ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ।